ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਨੰਦ ਸਾਹਿਬ ਬਾਣੀ ਦੀ ਵਿਚਾਰ ਅਸੀਂ ਪਿਛਲੇ ਕਾਫੀ ਟਾਈਮ ਤੋਂ ਕਰ ਰਹੇ ਹਾਂ ਔਰ ਜਿਹੜੀ ਬਾਣੀ ਅਸੀਂ 15-20 ਮਿੰਟਾਂ ਦੇ ਵਿੱਚ ਨਿਤਨੇਮ ਦੇ ਟਾਈਮ ਦੇ ਵਿੱਚ ਜਾਂ 6 ਪੌੜੀਆਂ ਆਨੰਦ ਸਾਹਿਬ ਦੀ ਜਿਹੜੀ ਅਸੀਂ ਪੜ੍ਹਦੇ ਹਾਂ ਸਮਾਪਤੀ ਦੇ ਟਾਈਮ ਭੋਗ ਦੇ ਟਾਈਮ 2-3 ਮਿੰਟਾਂ ਦੇ ਵਿੱਚ ਅਸੀਂ ਜਿਹੜਾ ਪੜ੍ਹ ਜਾਂਦੇ ਹਾਂ, ਅਸੀਂ ਕਾਫੀ ਟਾਈਮ ਲਾ ਕੇ ਇਹਨੂੰ ਸਮਝਣ ਦੀ ਕੋਸ਼ਿਸ਼ ਕੀਤੀ ਹੈ ਔਰ ਜਿਹੜੀ ਗੱਲ ਦੀ ਕੋਸ਼ਿਸ਼ ਅਸੀਂ ਸਭ ਤੋਂ ਵੱਡੀ ਇਹ ਕੀਤੀ ਹੈ ਕਿ ਗੁਰਬਾਣੀ ਨੂੰ ਗੁਰਬਾਣੀ ਦੇ ਸੰਦਰਭ ਦੇ ਵਿੱਚ ਹੀ ਸਮਝਣ ਦੀ ਕੋਸ਼ਿਸ਼ ਕੀਤੀ ਹੈ, ਜਿਹੜਾ ਕਿ ਗੁਰਬਾਣੀ ਦਾ ਐਕਚੁਅਲ ਮਕਸਦ ਸੀ। ਵਰਨਾ ਹੁੰਦਾ ਕੀ ਹੈ ਕਿ ਪ੍ਰਭਾਵ ਸਾਡੇ 'ਤੇ ਕੁਝ ਇਸ ਤਰ੍ਹਾਂ ਦਾ ਪਿਆ ਹੋਇਆ ਕਿ ਅਸੀਂ ਜਦੋਂ ਅਸੀਂ ਗੱਲ ਸਾਡੇ ਵਿੱਚ ਕਥਾ ਦੀ ਸ਼ੁਰੂ ਹੀ ਹੁੰਦੀ ਹੈ ਨਾ, ਗੁਰਬਾਣੀ ਦੇ ਲਾਈਨ ਸ਼ੁਰੂ ਕਰਦੇ ਹੀ ਨਾਲ ਹੀ ਦੂਜੀਆਂ ਕਹਾਣੀਆਂ ਸ਼ੁਰੂ ਵੀ ਹੋ ਜਾਂਦੀਆਂ। ਕੋਈ ਬਰਮੇ ਦੀ, ਇੰਦਰ ਦੀ, ਫਲਾਣੇ ਦੀ ਕਹਾਣੀ ਨਾਲ ਜੋੜ ਦਿੱਤੀ ਜਾਂਦੀ ਹੈ, ਜਿਹੜੀ ਕਿ ਗੁਰਬਾਣੀ ਦਾ ਜਿਹੜਾ ਮਕਸਦ ਜਿਹੜਾ ਹੈ ਉਸ ਤੋਂ ਬਿਲਕੁਲ ਹੀ ਗੱਲ ਜਿਹੜੀ ਨਾ ਪਾਸੇ ਚਲੀ ਜਾਂਦੀ ਹੈ। ਸੋ ਅੱਜ ਇਹ ਆਖਰੀ ਜਿਹੜਾ ਹੈ ਪੌੜੀ ਹੈ, 40 ਪੌੜੀਆਂ ਦੀ ਬਾਣੀ ਹੈ ਔਰ ਇਸ ਬਾਣੀ ਦੇ ਨਾਲ ਵੀ ਮੈਂ ਜਦੋਂ ਗੱਲ ਪੁਰਾਣੇ ਜਿਹੜੇ ਬਜ਼ੁਰਗ ਜਾਣਦੇ ਨੇ ਜਾਂ ਕਹਿੰਦੇ ਕਦੀ ਕਿਸੇ ਨੇ ਸੁਣੀ ਹੋਈ ਹੈ ਅਤੇ ਇਹ ਕਹਾਣੀ ਵੀ ਜੋੜੀ ਗਈ ਹੈ ਕਿ ਗਣੇਸ਼ ਜਿਹੜਾ ਹੈ ਉਹ ਗੁਰੂ ਅਰਜਨ ਪਾਤਸ਼ਾਹ ਜੀ, ਗੁਰੂ ਅਮਰਦਾਸ ਪਾਤਸ਼ਾਹ ਜੀ ਕੋਲ ਆਇਆ ਕਿ ਸਾਰੇ ਦੁਨੀਆ ਮੇਰੀ ਪੂਜਾ ਕਰਦੀ ਹੈ। ਮਤਲਬ ਜਦੋਂ ਕੋਈ ਪ੍ਰੋਗਰਾਮ ਹੁੰਦਾ ਉਹਨਾਂ ਦੇ ਘਰ, ਆਮ ਦੇਖੋ ਨਾ ਜਦੋਂ ਕੋਈ ਘਰ ਫੰਕਸ਼ਨ ਹੁੰਦਾ ਤਾਂ ਸਭ ਤੋਂ ਪਹਿਲੇ ਗਣੇਸ਼ ਦੀ ਮੂਰਤੀ ਪਈ ਹੁੰਦੀ ਹੈ ਵੀ ਸਾਰੀ ਦੁਨੀਆ ਜਿਹੜੀ ਹੈ ਉਹ ਮੇਰੀ ਪੂਜਾ ਕਰਦੀ ਹੈ, ਤੁਹਾਡੇ ਸਿੱਖ ਮੈਨੂੰ ਨਹੀਂ ਮੰਨਦੇ। ਪਤਾ ਨਹੀਂ ਕਹਾਣੀ ਤੁਸੀਂ ਸੁਣੀ ਹੈ ਤੇ ਗੁਰੂ ਅਮਰਦਾਸ ਪਾਤਸ਼ਾਹ ਜੀ ਕਹਿੰਦੇ ਨੇ ਤੇਰੇ ਸਿੱਖ ਤੈਨੂੰ ਤਾਂ ਮੰਨਣਗੇ ਹਜੇ ਤੇਰਾ ਇੱਕ ਜਨਮ ਹੋਰ ਹੋਣਾ। ਫਿਰ ਉਹ ਜਿਹੜਾ ਹੈ ਗੁਰੂ ਅਮਰਦਾਸ ਪਾਤਸ਼ਾਹ ਦੇ ਘਰ ਉਹਨਾਂ ਨੇ ਜਨਮ ਲਿਆ ਗਣੇਸ਼ ਨੇ, ਅਤੇ ਉਹਨਾਂ ਦਾ ਨਾਮ ਰੱਖਿਆ ਫਿਰ ਆਨੰਦ। ਅਤੇ ਇਹ ਬਾਣੀ ਫਿਰ ਉਚਾਰੀ ਆਨੰਦ, ਅਤੇ ਫਿਰ ਜਿਹੜਾ ਹੈ ਉਹ ਹਰ ਪ੍ਰੋਗਰਾਮ ਦੇ ਉੱਤੇ ਇਹ ਆਨੰਦ ਸਾਹਿਬ ਦੀ ਬਾਣੀ ਪੜ੍ਹੀ ਜਾਂਦੀ ਹੈ। ਭਾਵ ਇਹ ਹੋਇਆ ਕਿ ਸਿੱਖ ਵੀ ਜਿਹੜੇ ਗਣੇਸ਼ ਨੂੰ ਹੀ ਪੂਜਦੇ ਨੇ। ਇਹ ਉਹਦੇ ਨਾਲ ਜੋੜ ਕੇ ਕਹਾਣੀ ਵੀ ਜੋੜੀ ਗਈ। ਅਸੀਂ ਕਿਸੇ ਨੇ ਸੁਣੀ ਹੋਏ ਤਾਂ ਇਹ ਕਹਾਣੀ ਵੀ ਜੋੜੀ ਜਾਂਦੀ ਹੈ ਸੰਪਰਦਾਵਾਂ ਦੇ ਵਿੱਚ। ਹੁਣ ਸਾਰੀ ਗੱਲ ਦਾ ਮਤਲਬ ਇਹ ਹੈਗਾ ਕਿ ਅਸੀਂ ਜਿੱਥੇ ਵੀ ਅਸੀਂ ਸੁਣਦੇ ਹਾਂ ਨਾ ਕਿ ਇਹੋ ਜਿਹੀਆਂ ਕਥਾ ਕਹਾਣੀਆਂ ਜਿਹੜੀਆਂ ਕਿ ਗੁਰਮਤ ਦੇ ਬਿਲਕੁਲ ਹੀ ਉਲਟ ਹੈਗੀਆਂ, ਇਹ ਕਹਾਣੀਆਂ ਵੀ ਨਾਲ ਜੋੜੀਆਂ ਜਾਂਦੀਆਂ, ਲੇਕਿਨ ਪੂਰੀ ਬਾਣੀ ਦੇ ਵਿੱਚ ਅਸੀਂ ਕਾਫੀ ਟਾਈਮ ਲਾਇਆ ਅਤੇ ਇੱਕ ਵੀ ਕਹਾਣੀ ਅਸੀਂ ਇਸ ਤਰ੍ਹਾਂ ਦੀ ਨਹੀਂ ਸੁਣਾਈ ਜਾਂ ਸੁਣੀ, ਇਸ ਤਰ੍ਹਾਂ ਦੀ ਇਹਦੇ ਨਾਲ ਜੋੜਨ ਦੀ ਕੋਸ਼ਿਸ਼ ਕੀਤੀ। ਗੁਰਬਾਣੀ ਨੂੰ ਗੁਰਬਾਣੀ ਦੇ ਸੰਦਰਭ ਦੇ ਵਿੱਚ ਹੀ ਸਮਝਣ ਦੀ ਕੋਸ਼ਿਸ਼ ਕੀਤੀ ਹੈ ਔਰ ਸਾਰੀ ਗੱਲ ਦਾ ਜਿਹੜਾ ਨਿਚੋੜ ਹੈ ਉਹ ਇੱਕੋ ਹੀ ਹੈ ਕਿ ਮਨੁੱਖ ਦੀ ਜ਼ਿੰਦਗੀ ਦਾ ਜਿਹੜਾ ਮਕਸਦ ਹੈ ਨਾ, ਜਿਹੜਾ ਉਹ ਚਾਹੁੰਦਾ ਅੰਦਰੋਂ, ਉਹ ਚਾਹੁੰਦਾ ਆਨੰਦ ਹੈ। ਬਸ ਖੁਸ਼ੀ ਇੱਕ ਖੇੜਾ, ਉਹ ਖੇੜਾ ਚਾਹੁੰਦਾ ਅੰਦਰੋਂ। ਸਾਰੀ ਦੌੜ ਜਿਹੜੀ ਹੈ ਨਾ ਉਹ ਉਸੀ ਖੇੜੇ ਨੂੰ ਪ੍ਰਾਪਤ ਕਰਨ ਦੀ, ਉਸੀ ਆਨੰਦ ਦੀ ਪ੍ਰਾਪਤੀ ਵਾਸਤੇ ਲੱਗੀ ਹੋਈ ਹੈ। ਅਸੀਂ ਕਈ ਵਾਰੀ ਗੱਲ ਕੀਤੀ ਹੈ, ਮਤ ਜਾਣੋ ਕਿ ਕੋਈ ਬੰਦਾ ਪੈਸਾ ਇਕੱਠਾ ਕਰ ਰਿਹਾ, ਮਤ ਜਾਣੋ ਕੋਈ ਸੋਨਾ, ਕੋਈ ਵੱਡੀਆਂ ਕੋਠੀਆਂ, ਰੁਤਬਾ, ਇਹ ਸਭ ਚੀਜ਼ਾਂ ਜਿਹੜੀ ਹੈ ਨਾ, ਇਹ ਸਾਰੀ ਚੀਜ਼ਾਂ ਇਕੱਠੀ ਕਰਨ ਦੀ ਕੋਸ਼ਿਸ਼ ਨਹੀਂ ਕਰ ਰਿਹਾ। ਇਹ ਸਾਰੀਆਂ ਚੀਜ਼ਾਂ ਇਕੱਠੀ ਕਰਕੇ ਵੀ ਮਕਸਦ ਇਹ ਹੈ ਕਿ ਪੈਸਾ ਆਏਗਾ ਤਾਂ ਮਿਲੇ, ਹੋਏਗਾ ਕੀ? ਪੈਸਾ ਇਕੱਠਾ ਕਰਕੇ ਉਹਦਾ ਮਕਸਦ ਕੀ ਹੈ? ਪੈਸੇ ਵਿੱਚ ਆਨੰਦ ਨਾਲ ਜੀਵਨ ਜੀਵਾਂਗੇ। ਇੱਕ ਵਾਰੀ ਰੁਤਬਾ ਮਿਲ ਜਾਏ, ਸੀਟ ਮਿਲ ਜਾਏ, ਆਨੰਦ ਨਾਲ ਜੀਵਨ ਜੀਵਾਂਗੇ। ਇੱਕ ਵਾਰੀ ਪੜ੍ਹਾਈ ਪੂਰੀ ਹੋ ਜਾਏ, ਫਿਰ ਜੀਵਨ ਆਨੰਦ। ਮਤਲਬ ਹਰ ਚੀਜ਼ ਦਾ ਮਕਸਦ, ਐਕਚੁਅਲ ਜਿਹੜਾ ਉਹ ਡੈਸਟਨੀ ਹੈ ਨਾ, ਜਿਹੜਾ ਉੱਥੇ ਪਹੁੰਚਣ ਦੀ ਮੰਜ਼ਿਲ ਹੈ, ਉਹ ਆਨੰਦ ਹੀ ਹੈ। ਲੇਕਿਨ ਜੇ ਜ਼ਿੰਦਗੀ ਦਾ ਨਿਚੋੜ ਕੱਢ ਲਈਏ, ਕਿਸੇ ਕੋਲ ਬੈਠ ਜਾਓ ਜਿਨ੍ਹਾਂ ਨੇ ਬਹੁਤ ਪੈਸਾ ਕਮਾ ਲਿਆ ਜਾਂ ਬਹੁਤ ਰੁਤਬਾ ਹਾਸਲ ਕਰ ਲਿਆ, ਬਹੁਤ ਵੱਡੀਆਂ ਸੀਟਾਂ, ਪ੍ਰਧਾਨੀਆਂ ਜਾਂ ਜੋ ਵੀ ਉਹਨਾਂ ਨੇ ਲੈ ਲਿਆ ਜਾਂ ਕੁਛ ਵੀ ਪ੍ਰਾਪਤ ਕਰ ਲਿਆ, ਪੜ੍ਹਾਈ ਜਾਂ ਕੁਛ ਵੀ ਪੱਖੋਂ, ਉਹਨਾਂ ਦੇ ਕੋਲ ਬੈਠ ਕੇ ਉਹਨਾਂ ਦੀ ਜ਼ਿੰਦਗੀ ਦਾ ਉਹਨਾਂ ਦੀ ਗੱਲ ਕਰੀਏ ਅਤੇ ਉਹ ਆਨੰਦ ਜਿਹੜਾ ਹੈ ਉਹ ਮਿਲਿਆ ਨਹੀਂ ਹੁੰਦਾ। ਉਹਦੀ ਗੱਲ ਹੁਣ ਗੁਰੂ ਸਾਹਿਬ ਕਰ ਰਹੇ ਨੇ, ਅਨੰਦ ਸੁਣੋ ਵਡਭਾਗੀ। ਉਹ ਵਡਭਾਗ ਤਾਂ ਹੈ ਜੇ ਅਨੰਦ ਭਾਵ ਜਿਹੜੇ ਉਹ ਅੰਦਰ ਦੇ ਸੱਚ ਦੀ ਆਵਾਜ਼ ਹੈ, ਜੋ ਅੰਦਰ ਦਾ ਨਾਦ ਹੈ, ਅੰਦਰ ਦਾ ਜਿਹੜਾ ਆਨੰਦ ਹੈ ਨਾ, ਉਹ ਐਕਚੁਅਲ ਦੇ ਵਿੱਚ ਉਹ ਹੈ ਜਿਹੜਾ ਕਿ ਸਾਨੂੰ
ਉਹਦੇ 'ਚ ਨਾ ਅਸੀਂ ਫਰਕ ਮਹਿਸੂਸ ਨਹੀਂ ਕਰ ਸਕਦੇ ਕਈ ਵਾਰੀ। ਸਾਨੂੰ ਥੋੜ੍ਹਾ ਜਿਹਾ ਅੰਦਰ ਦੀ ਆਵਾਜ਼ ਜਿਹੜੀ ਹੈ ਨਾ, ਅੰਦਰ ਦੀ ਆਵਾਜ਼ ਕੀ ਹੁੰਦੀ ਹੈ, ਕਦੀ ਵੀ ਅਸੀਂ ਕਈ ਵਾਰੀ ਗੱਲ ਕੀਤੀ ਹੈ ਕਿ ਕਰੀਬ ਘਰ ਬੈਠੇ ਹੋ ਨਾ, ਕਦੀ ਇਕੱਲੇ ਦੇ ਵਿੱਚ ਫੋਨ ਕਰੀਏ, ਕਿਸੇ ਦਾ ਫੋਨ ਆਏ, ਕੀ ਕਰ ਰਹੇ ਹੋ ਜੀ, ਬਸ ਕੁਝ ਨਹੀਂ, ਬਸ ਬੈਠੇ ਹਾਂ, ਇਕੱਲੇ ਬੈਠੇ ਹਾਂ, ਮਤ ਜਾਣੀਏ ਇਕੱਲੇ ਬੈਠੇ ਹਾਂ। ਇਕੱਲੇ ਬੈਠਣ ਦੇ ਬਾਵਜੂਦ ਵੀ ਕੋਈ ਹੁੰਦਾ ਜਿਹੜਾ ਸਾਡੇ ਨਾਲ ਬੈਠਾ ਹੁੰਦਾ ਹੈ। ਉਹ ਬੈਠਾ ਕੌਣ ਹੁੰਦਾ ਹੈ? ਉਹ ਦੇਖੋ, ਤੁਸੀਂ ਧਿਆਨ ਨਾਲ ਦੇਖੋ, ਕੋਈ ਹੋਣਾ ਹੁੰਦਾ ਜਿਹੜਾ ਅੰਦਰੋਂ ਬੋਲ ਰਿਹਾ ਹੁੰਦਾ, ਅਸੀਂ ਸੁਣ ਰਹੇ ਹੁੰਦੇ ਹਾਂ, ਅਸੀਂ ਕਹਿ ਰਹੇ ਹੁੰਦੇ ਹਾਂ, ਉਹ ਸੁਣ ਰਿਹਾ ਹੁੰਦਾ। ਇਕੱਲੇ ਵਿੱਚ ਵੀ ਉਹ ਇਕੱਲਾ ਨਹੀਂ ਹੁੰਦਾ। ਇਕੱਲੇ ਦੇ ਸਰੀਰਕ ਰੂਪ ਦੇ ਇਕੱਲੇ ਹੋਣ ਦੇ ਬਾਵਜੂਦ ਵੀ ਕੋਈ ਐਸਾ ਹੁੰਦਾ ਜਿਹੜਾ ਸਾਡੇ ਨਾਲ ਗੱਲਬਾਤ ਚੱਲ ਰਹੀ ਹੁੰਦੀ, ਜਿਸ ਨਾਲ ਡਾਇਲੌਗਸ ਚੱਲ ਰਹੇ ਹੁੰਦੇ ਨੇ। ਉਹ ਕੀ ਚੀਜ਼ ਹੈ? ਉਹ ਜਿਹੜੀ ਅੰਦਰ ਤੋਂ ਜਿਹੜੀ ਗੱਲ ਚੱਲ ਰਹੀ ਹੁੰਦੀ ਨਾ, ਉਹਦੇ ਅੰਦਰ ਉਹ ਕੁਛ ਹੁੰਦੀ, ਸਾਡੀ ਮਨ ਦੀ ਆਵਾਜ਼, ਜਿਹੜਾ ਸਾਡਾ ਮਨ ਬੋਲਦਾ। ਔਰ ਕੁਛ ਐਸੀ ਆਵਾਜ਼ ਹੁੰਦੀ ਜਿਹੜੀ ਸੱਚ ਦੀ ਆਵਾਜ਼ ਹੁੰਦੀ ਹੈ। ਅਸੀਂ ਪਹਿਲੇ ਵੀ ਕਈ ਵਾਰ ਡਿਸਕਸ ਕਰ ਚੁੱਕੇ। ਕਦੀ ਵੀ ਕੋਈ ਕੰਮ ਇਨਸਾਨ ਮਾੜਾ ਕਰਨ ਚੱਲਦਾ ਹੈ ਨਾ, ਜਦੋਂ ਸੋਚਦਾ ਹੈ, ਇੱਕ ਵਾਰੀ ਅੰਦਰੋਂ ਜ਼ਰੂਰ ਉਹਦੇ ਅੰਦਰੋਂ ਆਵਾਜ਼ ਆਉਂਦੀ ਹੈ ਕਿ ਹਾਂ ਵੀ ਗੱਲ ਤੇ ਮਾੜੀ ਹੈ, ਕੰਮ ਤੇ ਠੀਕ ਨਹੀਂ ਹੈਗਾ। ਉਹ ਹੁੰਦੀ ਅੰਦਰੋਂ ਉਹ ਅਨਹਦ, ਉਹ ਸੱਚ ਦੀ ਆਵਾਜ਼। ਇਹ ਗੱਲ ਵੱਖਰੀ ਹੈ ਕਿ ਉਹਨੂੰ ਸੁਣ ਕੇ ਅਣਸੁਣਾ ਕਰ ਦੇ, ਇਹ ਗੱਲ ਵੱਖਰੀ ਹੈ ਕਿ ਉਹਨੂੰ ਸੁਣ ਕੇ ਉਹਦੀ ਗੱਲ ਨੂੰ ਦਬਾ ਦੇ। ਅਤੇ ਇੱਕ ਮਨ ਦੀ ਆਵਾਜ਼ ਵੀ ਹੁੰਦੀ ਹੈ, ਜਿਹੜਾ ਮਨ ਕਹਿੰਦਾ ਕਿ ਹਾਂ ਵੀ ਕੋਈ ਨਹੀਂ, ਕਰਦੇ, ਦੇਖੀ ਜਾਏਗੀ ਕੀ ਹੋਏਗਾ, ਕੁਛ ਤਾਂ ਮਿਲੇਗਾ, ਇਹ ਤਾਂ ਹੋਏਗਾ। ਜਿਹੜੀ ਕਿ ਅੰਦਰ ਅੱਗੇ ਦੀ ਉਹ ਜਿਹੜੀ ਮੋਮੈਂਟਰੀ ਜਿਹੜੀ ਖੁਸ਼ੀ ਉਹਨੂੰ ਲੈਣ ਵਾਸਤੇ ਕਹਿੰਦਾ ਕਿ ਚੱਲ ਕਰਦੇ। ਉਹ ਗੱਲ ਵੱਖਰੀ ਹੈ ਕਿ ਅਸੀਂ ਉਹਦੀ ਆਵਾਜ਼ ਨੂੰ ਜ਼ਿਆਦਾ ਚੰਗੀ ਤਰ੍ਹਾਂ ਸੁਣਦੇ ਹਾਂ, ਉਸ ਮਨ ਦੀ ਆਵਾਜ਼ ਨੂੰ, ਅਤੇ ਅਸੀਂ ਉਹ ਕਰਦੇ। ਲੇਕਿਨ ਉਹ ਜਿਹੜਾ ਅਨਹਦ, ਜਿਹੜਾ ਉਹ ਸੱਚ ਦੀ ਆਵਾਜ਼ ਜਿਹੜੀ ਹੈ ਨਾ, ਉਹਨੂੰ ਦਬਾ ਦਿੱਤਾ, ਉਹ ਆਉਣੀ ਹੀ ਬੰਦ ਹੋ ਜਾਂਦੀ ਹੈ। ਇੱਕ ਟਾਈਮ ਐਸਾ ਆਉਂਦਾ, ਸੁਣਨੀ ਮਤਲਬ ਉਹ ਆਉਣੀ ਹੀ ਬੰਦ ਹੋ ਜਾਂਦੀ ਹੈ। ਉਸ ਸੱਚ ਦੀ ਆਵਾਜ਼ ਨੂੰ ਸਾਰੀ ਸੁਣਨ ਦੀ ਗੱਲ ਹੀ ਸਾਰੀ ਬਾਣੀ ਦੇ ਵਿੱਚ ਹੈਗੀ ਹੈ। ਜਿੰਨੇ ਉਹ ਸੁਣ ਲਈ, ਜਿੰਨੇ ਉਹਨੂੰ ਸੁਣਨ ਦੀ ਪ੍ਰੈਕਟਿਸ ਕਰ ਲਈ, ਸੁਣਿਆ ਸਿੱਧ ਪੀਰ ਸੁਣਾ, ਉਹ ਸੁਣਿਆ ਜਿਹੜਾ ਸੁਣਿਆ ਆ ਜਾਂਦਾ ਨਾ ਜਿਹਨੂੰ, ਉਹ ਸੱਚ ਦੀ ਆਵਾਜ਼ ਸੁਣਨੀ ਜਿਹਨੂੰ ਆ ਜਾਈਏ, ਉਹ ਫਿਰ ਸੁਣੀਏ ਸਤ ਧਰਤ ਭਵ ਲਗਾ, ਸੁਣੀਏ ਦੀਪ ਲਓ, ਸੁਣੀਏ ਪੋਹ ਨਾ ਸਕੇ ਨਾਨਕ ਭਗਤਾ ਸਦਾ ਵਿਗਾਸ। ਉਹ ਵਿਗਾਸ ਜਿਹੜੀ ਅਵਸਥਾ, ਜਿਹੜੀ ਆਨੰਦ ਦੀ ਅਵਸਥਾ ਤਾਂ ਬਣਦੀ ਹੈ। ਸੁਣਿਆ ਦੁੱਖ ਪਾਪ ਕਾ ਨਾਸ, ਉਹ ਸੁਣਨਾ ਆ ਜਾਏ। ਸੋ ਸਾਰੀ ਗੱਲ ਉਹ ਆਨੰਦ ਸੁਣੋ ਵੱਡ ਭਾਗੀ ਹੋ, ਸਗਲ ਮਨੋਰਥ ਪੂਰੇ। ਇਹ ਮਨੋਰਥ ਤਾਂ ਪੂਰੇ ਹੁੰਦੇ ਨੇ। ਹੁਣ ਮਨੋਰਥ ਪੂਰੇ ਦੀ ਜਿਹੜੀ ਗੱਲ ਹੈ ਨਾ, ਆਮ ਤੌਰ 'ਤੇ ਜਦੋਂ ਇਹਦੇ ਨਾਲ ਵੀ ਜਦੋਂ ਗੱਲ ਕੀਤੀ ਜਾਂਦੀ ਹੈ ਤਾਂ ਮਨੋਰਥ ਕਹਿੰਦੇ ਨੇ ਜੋ ਸਾਡੀ ਮਨ ਦੀ ਇੱਛਾਵਾਂ, ਜੋ ਸਾਡੀ ਮਨ ਦੀ ਇੱਛਾ ਹੈ ਨਾ, ਉਹ ਪੂਰੀ ਹੋ ਜਾਂਦੀ ਹੈ। ਮਨ ਦੀ ਇੱਛਾ ਸਾਡੀ ਕੀ ਹੁੰਦੀ ਹੈ? ਹੁਣ ਗੱਲ ਆ ਗਈ ਮਨ ਦੀ। ਫਿਰ ਮਨ ਦੀ ਇੱਛਾ ਸਾਡੀ ਕੀ ਹੈ? ਮਨ ਦੀ ਇੱਛਾ ਹੋਈ ਹੈ ਕਾਰੋਬਾਰ ਚੱਲ ਜਾਏ, ਪੈਸਾ ਘਰ 'ਚ ਆ ਜਾਏ, ਧੀਆਂ ਪੁੱਤਰਾਂ ਦਾ ਰਿਸ਼ਤਾ ਹੋ ਜਾਏ, ਮਕਾਨ ਚੰਗਾ ਬਣ ਜਾਏ, ਇਹ ਹੋ ਜਾਏ, ਉਹ ਹੋ ਜਾਏ, ਦੇਰ ਜੋ ਵੀ ਚੀਜ਼ਾਂ, ਇਹ ਮਨ ਦੀਆਂ ਆਵਾਜ਼ਾਂ, ਇਹ ਮਨ ਦੀਆਂ ਚੀਜ਼ਾਂ ਹੈਗੀਆਂ। ਇਹਦੀ ਪੂਰਤੀ ਦੀ ਗੱਲ ਨਹੀਂ ਕੀਤੀ ਜਾ ਰਹੀ। ਜੇ ਇਹ ਗੱਲ ਪੂਰਤੀ ਹੁੰਦੀ ਤੇ ਨਾਲ ਹੀ ਗੁਰਬਾਣੀ ਕਹਿੰਦੀ ਹੈ ਰਜ ਨਾ ਕੋਈ ਜੀਵਿਆ, ਪਹੁੰਚ ਨਾ ਚੱਲਿਆ ਕੋਈ। ਕਿਸੇ ਨੂੰ ਪਹੁੰਚ ਪੂਰੀ ਨਹੀਂ ਹੁੰਦੀ। ਕਦੀ ਕੋਈ ਕਹਿਣਾ ਕਿ ਮੈਂ ਅੱਜ 70 80 ਸਾਲ 90 ਸਾਲ ਦਾ ਪਹੁੰਚ ਕੇ 100 ਸਾਲ ਦਾ ਹੋ ਗਿਆ ਕਿ ਹਾਂ ਵੀ ਹੁਣ ਤਾਂ ਤੁਹਾਡੀਆਂ ਸਾਰੀਆਂ ਕੰਮ ਜਿਹੜੀਆਂ ਕੰਪਲੀਟ ਹੋ ਜਾਣੇ ਚਾਹੀਦੇ ਨੇ। ਕਹਿੰਦਾ ਨਹੀਂ, ਅਜੇ ਵੀ ਪਏ ਨੇ, ਕੁਛ ਸਾਲ ਹੋਰ ਮਿਲ ਜਾਣ ਤੇ ਇਹ ਵੀ ਕਰ ਲਵਾਂ, ਇਹ ਵੀ ਦੇਖ ਲਵਾਂ, ਇਹ ਵੀ ਹੋ ਜਾਏ। ਉਹ ਕਦੀ ਹੁੰਦਾ ਹੀ ਨਹੀਂ। ਰਜ ਨਾ ਕੋਈ ਜੀਵਿਆ, ਪਹੁੰਚ ਨਾ ਚੱਲ। ਪਹੁੰਚ ਮਤਲਬ ਉਹ ਪਹੁੰਚ ਕੰਪਲੀਸ਼ਨ ਨਹੀਂ ਹੁੰਦੀ ਕਦੀ ਵੀ। ਅਤੇ ਉਹ ਜਿਹੜੀ ਕਿ ਜੇ ਕੋਈ ਇਹ ਸੋਚੇ ਕਿ ਮੈਂ ਇੰਨਾ ਧਨ ਦੌਲਤ ਇੱਥੇ ਤੱਕ ਆ ਕੇ ਹੁਣ ਮੇਰੀ ਸੈਟਿਸਫੈਕਸ਼ਨ, ਇਸ ਤੋਂ ਬਾਅਦ ਉਹ ਗੱਲ ਵੱਖਰੀ ਹੈ ਕਿ ਮਨ ਐਸਾ ਇੱਕ ਹਰਾਮੀ ਕਹਿ ਲਓ ਜਾਂ ਇੱਕ ਚਲਾਕੀ ਕਹਿ ਲਓ ਮਨ ਦੀ, ਕਿ ਉਹ ਕਦੀ ਵੀ ਜਿਹੜਾ ਬੰਦਾ 10,000 ਕਮਾ ਰਿਹਾ ਨਾ, ਉਹ ਕਦੀ ਵੀ ਇਹ ਨਹੀਂ ਸੋਚਦਾ ਕਿ ਮੈਂ 10 ਲੱਖ ਕਮਾ ਲਾਂਗਾ। ਮਨ ਦੀ ਚਲਾਕੀ ਹੈ। ਮਨ ਜਿਹੜਾ 10,000 ਕਮਾ ਰਿਹਾ ਨਾ, ਉਹ ਇੰਨਾ ਹੀ ਸੋਚਦਾ ਯਾਰ ਕਿਸੇ ਤਰੀਕੇ ਕਮਾਈ ਜਿਹੜੀ ਨਾ ਲੱਖ ਤੱਕ ਪਹੁੰਚ ਜਾਏ। 10 ਲੱਖ ਵਾਲਾ ਉਹ ਸੋਚਦਾ ਜਿਹੜਾ ਕਿ 3-4 ਲੱਖ ਰੁਪਇਆ ਕਮਾ ਰਿਹਾ ਹੁੰਦਾ। ਉਹ ਸੋਚਦਾ ਕਿ 10 ਇਹ ਗੱਲ ਵੱਖਰੀ ਹੈ ਕਿ 10 ਲੱਖ ਤੱਕ ਪਹੁੰਚਦੇ ਹੁਣ ਉਹਦੀ ਜਿਹੜੀ ਇੱਛਾ ਜਿਹੜੀ ਹੁੰਦੀ ਹੈ ਉਹ 20-50 ਲੱਖ 100 ਲੱਖ ਦੀ ਹੋ ਜਾਏ, 1 ਕਰੋੜ ਦੀ ਹੋ ਜਾਏ, ਉਹ ਗੱਲ ਵੱਖਰੀ ਹੈ। ਲੇਕਿਨ ਮਨ ਦੀ ਇਹ ਚਲਾਕੀ ਹੈ ਕਿ 1000 ਰੁਪਈਆ ਕਿਸੇ ਜੇਬ 'ਚ ਹੋਏ ਨਾ, ਉਹ ਕਹਿੰਦਾ ਕਿਸੇ ਤਰੀਕੇ 10,000 ਹੋ ਜਾਏ ਬਸ। ਲੇਕਿਨ ਜਦੋਂ ਇਹ 9,000 ਹੁੰਦਾ, ਉਹਦੀ ਇੱਛਾ ਹੋ ਜਾਂਦੀ ਹੈ ਕਿ ਕਿਸੇ ਤਰੀਕੇ ਲੱਖ ਹੋ ਜਾਏ।
ਜਿਉਂ ਹੀ ਉਹ 90,000 ਹੁੰਦਾ ਹੁਣ ਕਹਿੰਦਾ ਕਿਸੇ ਤਰੀਕੇ 10 ਲੱਖ ਹੋ ਜਾਏ। ਬਸ ਇਸ ਤਰ੍ਹਾਂ ਕਰਦੇ 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 ਜਿਹੜੀ ਨਾ ਜ਼ਿੰਦਗੀ ਬੀਤ ਜਾਂਦੀ ਹੈ। ਸਹਿਜ ਕਟੇ ਲੱਖ ਕਉ ਉਠ ਆਵੇ, ਤ੍ਰਿਪਤ ਨਾ ਆਵੇ ਮਾਇਆ ਪਾਛੇ ਪਾਵੇ। ਇਹ ਗੇਮ ਚੱਲਦੀ ਰਹਿੰਦੀ ਹੈ। ਲੇਕਿਨ ਮਨੋਰਥ ਪੂਰੇ ਜਿਹੜੇ ਨਾ, ਮਨੋਰਥ ਪੂਰੇ ਦਾ ਮਤਲਬ ਹੈਗਾ ਉਹ ਅੰਦਰ ਦੀ ਸੈਟਿਸਫੈਕਸ਼ਨ ਆ ਜਾਣੀ, ਸੰਤੋਖ ਜਿਹੜਾ ਆ ਜਾਣਾ ਨਾ, ਉਹ ਸਭ ਤੋਂ ਵੱਡੀ ਜਿਹੜੀ ਹੈ ਉਹ ਕੰਪਲੀਸ਼ਨ ਹੈ। ਉਹ ਜਿੱਥੇ ਸੰਤੋਖ ਆ ਗਿਆ ਉੱਥੇ ਕੰਪਲੀਸ਼ਨ ਹੈ। ਵਰਨਾ ਪਹੁੰਚ ਨਾ ਚੱਲਿਆ ਕੋਈ, ਉੱਥੇ ਤੱਕ ਪਹੁੰਚ ਨਹੀਂ ਸਕਦਾ ਕੋਈ ਕਿ ਹਾਂ ਵੀ ਮੇਰੀ ਇਹ ਚੀਜ਼ ਮਿਲ ਜਾਏਗੀ ਫਿਰ ਮੇਰੀ ਜਿਹੜੀ ਹੈ ਮੇਰਾ ਪੂਰਾ ਹੋ ਜਾਏਗਾ ਕੰਮ। ਨਹੀਂ, ਉਹ ਪੋਸੀਬਲ ਨਹੀਂ ਹੈ। ਦੂਜੇ ਪਾਸੇ ਜਿਹੜੀ ਉਹ ਅਸੀਂ ਪੜ੍ਹਦੇ ਹਾਂ ਨਾ ਰੋਜ਼, ਕਾਹੇ ਰੇ ਮਨ ਚਿਤਵੇ ਉਦਮ ਜਾਂ ਆਹਰ ਹਰ ਜੀਉ ਪਰ। ਹੁਣ ਇਹਦੇ ਵਿੱਚ ਜਦੋਂ ਅਸੀਂ ਉਹਦੇ ਅਰਥ ਵੀ ਕੀਤੇ ਗਏ ਨਾ, ਉਹਦੇ 'ਚ ਇਹੀ ਕੀਤਾ ਗਿਆ ਕਿ ਸੈਲ ਪੱਥਰ ਮੈਂ ਜੰਤ ਉਪਾਏ ਤਾਂ ਕਾ ਰਿਜ਼ਕ ਆਗੇ ਕਰਤੇ ਰਹੇ। ਵੀ ਪੱਥਰਾਂ ਦੇ ਵਿੱਚ ਵੀ ਕੀੜਾ ਬੈਠਾ, ਉਹਨੂੰ ਵੀ ਰਿਜ਼ਕ ਮਿਲ ਰਿਹਾ। ਤੇ ਤੁਹਾਨੂੰ ਹੁਣ ਇਹਦਾ ਮਤਲਬ ਜੇਕਰ ਐਸੀ ਲਫ਼ਜ਼ ਨੂੰ ਅਸੀਂ ਇਸ ਤਰੀਕੇ ਨਾਲ ਸਮਝ ਲਈਏ ਤੇ ਫਿਰ ਤੇ ਬੰਦਾ ਕਹੇ ਕਿ ਕੁਝ ਐਫਰਟ ਕਰਨਾ ਹੀ ਨਹੀਂ ਨੇ, ਕੀ ਲੋੜ ਹੈ। ਸੈਲ ਪੱਥਰ ਮੈਂ ਜੰਤ ਉਪਾਏ ਤਾਂ ਕਾ ਰਿਜ਼ਕ ਆਗੇ ਕਰਤੇ ਰਿਹਾ, ਵੀ ਤੈਨੂੰ ਵੀ ਮਿਲੀ ਜਾਏਗੀ ਰੋਟੀ। ਨਹੀਂ, ਇਹ ਗੱਲ ਨਹੀਂ ਹੈਗੀ। ਉੱਥੇ ਗੱਲ ਆਈ ਹੈ ਕਾਹੇ ਰੇ ਮਨ ਚਿਤਵੈ। ਉਹ ਜਿਹੜੀ ਚਿੰਤਾਵਾਂ ਨੇ ਨਾ ਜਿਹੜੀਆਂ ਉਦਮ ਦੀਆਂ, ਉਹ ਜਿਹੜੀ ਅੰਦਰ ਸੈਟਿਸਫੈਕਸ਼ਨ ਆ ਜਾਣੀ ਹੈ। ਉਦਮ ਤੇ ਕਰਨਾ ਹੀ ਹੈ। ਉਹ ਜਿਹੜੀ ਚਿੰਤਾਵਾਂ ਜਿਹੜੀਆਂ ਅੰਦਰ ਜਿਨ੍ਹਾਂ ਨੇ ਘੇਰਿਆ ਹੋਇਆ ਨਾ, ਜਿਨ੍ਹਾਂ ਨੇ ਤੈਨੂੰ ਬਿਲਕੁਲ ਡਿਪਰੈਸ ਜਿਹਾ ਕਰ ਦਿੱਤਾ, ਉਹਨੂੰ ਛੱਡਣ ਦੀ ਗੱਲ ਕੀਤੀ ਹੈ। ਉਹਨੂੰ ਪੁੱਛਿਆ ਵੀ ਇਹ ਕਿਉਂ ਕਰਦਾ। ਜਦੋਂ ਉਹ ਸੈਟਿਸਫੈਕਸ਼ਨ ਆਈ ਨਾ, ਜਦੋਂ ਆਨੰਦ ਦੀ ਅਵਸਥਾ ਦੀ, ਕਹਿੰਦੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ। ਵਿਸੂਰੇ ਹੁੰਦੇ ਨੇ ਜਿਹੜੇ ਝੂਰੇ, ਉਹ ਝੂਰੇ ਜਿਹੜੇ ਨਾ ਉਹ ਖਤਮ ਹੋਏ ਜਦੋਂ, ਤਾਂ ਆਨੰਦ ਦੀ ਅਵਸਥਾ ਬਣਦੀ ਹੈ। ਬੰਦਾ ਝੂਰਦਾ ਰਹੇ, ਪੈਸਾ ਜਿੰਨੀ ਮਰਜ਼ੀ ਦੌਲਤ ਆ ਜਾਏ, ਆਨੰਦ ਨਹੀਂ ਆ ਸਕਦਾ। ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ। ਹੁਣ ਝੂਰਨ ਤੋਂ ਹਟਣ ਦਾ, ਉਹ ਸੰਤਾਪ ਉਤਰਨ ਦਾ ਸਭ ਤੋਂ ਜਿਹੜਾ ਸਾਈਨ ਜਿਹੜਾ ਉਹ ਕੀ ਹੈ? ਦੁੱਖ ਰੋਗ ਸੰਤਾਪ ਉਤਰਨਗੇ ਕਿਵੇਂ? ਜਦੋਂ ਸੱਚੀ ਬਾਣੀ ਸੁਣੇਗਾ। ਹੁਣ ਤੇ ਫਿਰ ਭੁਲੇਖਾ ਪੈ ਜਾਂਦਾ, ਸੱਚੀ ਬਾਣੀ ਜਿਹੜੇ ਅਰਥ ਕੀਤੇ ਗਏ ਨਾ, ਉਹ ਇਹੀ ਕਹੇ ਕਿ ਜਿੰਨੇ ਆਨੰਦ ਸਾਹਿਬ ਦੀ ਬਾਣੀ ਸੁਣ ਲਈ। ਲੇਕਿਨ ਸੱਚੀ ਬਾਣੀ ਨੂੰ ਜਦੋਂ ਅਸੀਂ ਗੁਰਬਾਣੀ ਦੇ ਸੰਦਰਭ ਦੇ ਵਿੱਚ ਹੀ ਸਮਝਦੇ ਹਾਂ ਨਾ, ਗੁਰਬਾਣੀ ਇਸ ਲਿਖੀ ਹੋਈ ਬਾਣੀ, ਇੱਥੇ ਸੱਚੀ ਬਾਣੀ, ਇਹਨੂੰ ਸੱਚੀ ਬਾਣੀ ਨਹੀਂ ਮੰਨਦੀ। ਸੱਚੀ ਬਾਣੀ ਹੈ ਉਹ ਸੱਚ ਦਾ ਗਿਆਨ, ਭਾਵ ਉਹ ਰੱਬੀ ਨਿਯਮ ਜਿਹੜਾ ਚਾਰੋਂ ਪਾਸੇ ਵਰਤਦਾ ਪਿਆ, ਉਹ ਨਿਯਮ, ਉਹ ਸਿਸਟਮ, ਜਿਹਨੇ ਉਹ ਸੁਣਿਆ ਭਾਵ ਉਹਨੂੰ ਮੰਨਿਆ, ਜਿਹਨੂੰ ਉਹ ਸੁਣਨਾ ਆ ਗਿਆ ਅੰਦਰੋਂ ਦੀ, ਜਿਹਨਾਂ ਆਨੰਦ ਸੁਣੋ ਬਟ ਭਾਗੀ। ਉਹ ਜਿਹੜਾ ਸੱਚ ਦਾ ਗਿਆਨ ਜਿਹੜਾ ਨਾ, ਉਹ ਜਿਹੜਾ ਨਿਯਮ ਹੈ, ਸਿਸਟਮ ਹੈ, ਉਹ ਜਿਹਨੂੰ ਸੁਣਨਾ ਆ ਗਿਆ, ਉਹ ਜਿਹਨੂੰ ਸਮਝਣਾ ਆ ਰਿਹਾ। ਹੁਣ ਜੇ ਇਹ ਬਾਣੀ ਹੋਏ, ਹੁਣ ਦੇਖੋ ਜਦੋਂ ਅਸੀਂ ਪੜ੍ਹਦੇ ਆ ਨਾ, ਸਰਮਖੰਡ ਕੀ ਬਾਣੀ ਰੂਪ, ਉੱਥੇ ਕਿਹੜੀ ਬਾਣੀ ਹੈ? ਉੱਥੇ ਬਾਣੀ ਜਿਹੜਾ ਨਿਯਮ ਹੈ। ਕਰਮਖੰਡ ਕੀ ਬਾਣੀ ਜੋਰ, ਉਹਦਾ ਨਿਯਮ ਹੈ। ਜਿਹੜਾ ਨਿਯਮ ਹੈ ਨਾ, ਐਕਚੁਅਲ ਬਾਣੀ, ਸੱਚੀ ਬਾਣੀ, ਸੱਚ ਦੀ ਬਾਣੀ ਜਿਹੜੀ ਹੈ ਨਾ, ਉਹ ਬਾਣੀ ਦਾ ਮਤਲਬ ਇਹ ਚਾਰੋਂ ਪਾਸੇ ਕੀਤਾ ਪਸਾਓ ਇੱਕੋ ਕਵਾਓ। ਉਹ ਕਵਾਓ ਜਿਹੜਾ ਬੋਲ ਹੈ ਨਾ, ਉਹ ਰੱਬੀ ਨਿਯਮ ਹੈ। ਸੁਖਮਨੀ ਸਾਹਿਬ ਚ ਪੜ੍ਹਿਆ, ਕਰਤੂਤ ਸਤ ਸਤ ਜਾ ਕੀ ਬਾਣੀ। ਕਰਤੂਤ ਹੁੰਦਾ ਮਤਲਬ ਕਰਨੀਆਂ, ਉਹਦਾ ਕੀਤੇ ਕੰਮ, ਉਹ ਕੰਮ ਕੀ ਹੈ? ਉਹਦਾ ਨਿਯਮ। ਸਤਪੁਰਖ ਸਭ ਮਾਹੇ ਸਮਾਣੀ, ਸਭ ਮਾਹੇ ਸਮਾਣੀ। ਹੁਣ ਬਾਣੀ ਦੇ ਸਭ ਵਿੱਚ ਨਹੀਂ ਵਸੀ ਹੋਈ ਨਾ, ਲੇਕਿਨ ਨਿਯਮ ਸਭ ਦੇ ਵਿੱਚ ਚੱਲਦਾ। ਬਲੱਡ ਸਰਕੂਲੇਟ ਸਭ ਦੇ 'ਚ ਹੋ ਰਿਹਾ, ਸਾਹ ਸਭ ਨੂੰ ਆ ਰਹੇ ਨੇ, ਜੋ ਵੀ ਇਮੋਸ਼ਨਸ ਨੇ ਉਹ ਹਰ ਇੱਕ ਦੇ ਵਿੱਚ ਹੈਗੇ ਨੇ। ਪੂਰੀ ਦੁਨੀਆ 'ਚ ਕੋਈ ਵੀ ਇਨਸਾਨ, ਕੋਈ ਵੀ ਐਸਾ ਨਹੀਂ ਹੈਗਾ ਜਿਹੜਾ ਜਿਹਦੇ ਅੰਦਰ ਇਹ ਨਿਯਮ ਨਾਲ ਚੱਲਦਾ ਹੋਏ। ਉਹ ਸਭ 'ਚ ਬਰਾਬਰ ਹੈਗਾ। ਸੋ ਉਹ ਨਿਯਮ ਜਿਹੜਾ ਨਾ, ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ, ਜਿਹਨੇ ਉਸ ਬਾਣੀ ਨੂੰ ਸੁਣਿਆ, ਜਿਸ ਬਾਣੀ ਨੇ ਸਮਝਿਆ। ਦੇਖੋ, ਜਿੰਨਾ ਵੀ ਹੈ ਅਸੀਂ ਗੁਰਬਾਣੀ ਦਾ ਕਨਸੈਪਟ ਹੈ ਨਾ, ਜੋ ਗੁਰਮਤ ਦਾ, ਇਹਦੇ ਵਿੱਚ ਦੋ ਚੀਜ਼ਾਂ ਬੜੀਆਂ ਇੰਪੋਰਟੈਂਟ ਹੈਗੀਆਂ, ਜੋ ਸਾਰੀ ਬਾਣੀ ਦੇ ਸਾਨੂੰ
ਦੇਖਣ ਨੂੰ ਮਿਲਦੀਆਂ। ਜੇ ਇਹ ਦੋ ਚੀਜ਼ਾਂ ਸਾਡੇ ਪਕੜ 'ਤੇ 'ਚ ਆ ਜਾਏ ਕਿਸੇ ਦੇ, ਤੇ ਬਾਣੀ ਨੂੰ ਸਮਝਣਾ ਬੜਾ ਹੀ ਸੌਖਾ, ਗੁਰਮਤ ਨੂੰ ਸਮਝਣਾ ਬੜਾ ਹੀ ਸੌਖਾ। ਸਿਰਫ ਦੋ ਲਫ਼ਜ਼ਾਂ ਦੇ ਉੱਤੇ ਸਾਰੀ ਗੱਲ ਜਿਹੜੀ ਗੁਰਮਤ ਦੀ ਟਿਕੀ ਹੋਈ ਹੈ, ਜੋ ਮੈਨੂੰ ਲੱਗਦਾ। ਇੱਕ ਲਫ਼ਜ਼ ਹੈਗਾ ਸਤਿਗੁਰ। ਸਤਿਗੁਰ ਦਾ ਮਤਲਬ ਉਹਨੂੰ ਕਿਤੇ ਗੁਰ ਕਿਹਾ, ਕਿਤੇ ਸਤਿਗੁਰ ਕਿਹਾ, ਕਿਤੇ ਗਿਆਨ ਕਿਹਾ, ਕਿਤੇ ਸ਼ਬਦ ਕਿਹਾ, ਕਿਤੇ ਹੋਰ ਲਫ਼ਜ਼ ਵੀ ਕਿਹਾ। ਉਹ ਹੈ ਗਿਆਨ, ਸਤਿਗੁਰ, ਸੱਚਾ ਗਿਆਨ। ਔਰ ਦੂਸਰਾ ਲਫ਼ਜ਼ ਹੈ ਹੁਕਮ। ਹੁਕਮ ਨੂੰ ਕਿਤੇ ਭਾਣਾ ਕਿਹਾ, ਕਿਤੇ ਪ੍ਰਭੂ ਦੀ ਬਾਣੀ ਕਹੀ ਹੈ। ਪ੍ਰਭ ਕੀ ਬਾਣੀ, ਇਹ ਵੀ ਨਿਯਮ ਹੈ। ਪ੍ਰਭੂ ਦੀ ਬਾਣੀ ਜਿਹੜੀ ਹੈ ਨਾ, ਬਾਣੀ ਪ੍ਰਭ ਕੀ ਸਭ ਕੋ ਬੋਲ, ਉਹ ਪ੍ਰਭੂ ਦੀ ਬਾਣੀ ਹੈ। ਭਾਵੇਂ ਉਹਨੂੰ ਭਾਣਾ ਕਿਹਾ, ਭਾਵੇਂ ਉਹ ਰਜ਼ਾ ਹੈ, ਭਾਵੇਂ ਉਹ ਭੈ ਕਿਹਾ, ਭਾਓ ਕਿਹਾ, ਬੜੇ ਸਾਰੇ ਲਫ਼ਜ਼ ਹੈਗੇ ਨੇ। ਇਹ ਦੋ ਲਫ਼ਜ਼ਾਂ ਦੇ ਉੱਤੇ ਪੂਰੀ ਗੁਰਮਤ ਜਿਹੜੀ ਹੈ ਉਹ ਟਿਕੀ ਹੋਈ ਹੈ। ਜਿੱਥੇ ਦੋ ਲਫ਼ਜ਼ ਸਾਨੂੰ ਕਲੈਰਿਟੀ ਹੋ ਜਾਏ ਨਾ, ਇੱਕ ਸਤਿਗੁਰ ਔਰ ਇੱਕ ਬਾਣੀ, ਜਾਂ ਜਿਹਨੂੰ ਅਸੀਂ ਸਤਿਗੁਰ ਕਹਿੰਦੇ ਹਾਂ, ਹੁਕਮ। ਸਤਿਗੁਰ ਔਰ ਹੁਕਮ, ਇਹ ਦੋ ਲਫ਼ਜ਼ ਜਿਹੜੇ ਨੇ ਬੜੇ ਇੰਪੋਰਟੈਂਟ ਹੈਗੇ ਨੇ ਗੁਰਮਤ ਦੇ ਵਿੱਚ। ਇਹ ਦੋ ਲਫ਼ਜ਼ ਨੂੰ ਸਮਝਣਾ ਜਿਹੜਾ ਨਾ ਬੜਾ ਇੰਪੋਰਟੈਂਟ ਹੈਗਾ। ਔਰ ਹੁਕਮ ਦੀ ਸਮਝ ਜਿਹੜੀ ਉਹ ਸਤਿਗੁਰ ਤੋਂ ਮਿਲਦੀ ਹੈ। ਸਤਿਗੁਰ ਭਾਵ ਜਿਹੜਾ ਟੈਕਨੀਕ ਹੈ, ਜਿਹੜਾ ਗਿਆਨ ਹੈ, ਉਹ ਸਾਰੀ ਗੱਲ ਜਿਹੜੀ ਹੁਕਮ ਦੇ ਉੱਤੇ, ਨਿਯਮ, ਸਿਸਟਮ। ਜਿਹਨੂੰ ਸਿਸਟਮ ਸਮਝ ਆ ਗਿਆ, ਉਹਨੂੰ ਸਾਰੀਆਂ ਗੱਲਾਂ ਦੀ ਕਲੈਰਿਟੀ ਹੋ ਜਾਂਦੀ। ਸੋ ਉਹ ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ, ਭਾਵ ਉਹ ਨਿਯਮ, ਉਹ ਸਿਸਟਮ ਜਿਹੜਾ ਨਾ ਉਹ ਸਮਝ ਆ ਜਾਏ। ਭਾਵ ਉਹ ਸਾਰੀ ਗੱਲ ਜਿਹੜੀ ਹੈ ਨਾ, ਗੁਰਬਾਣੀ ਦਾ ਕੋਈ ਵੀ ਸ਼ਬਦ ਲੈ ਲਓ, ਹਰ ਸ਼ਬਦ ਤੋਂ ਬਾਅਦ ਸਾਨੂੰ ਜਿਹੜਾ ਨਾ ਨਿਯਮ ਦੀ ਗੱਲ ਵਿੱਚ ਦੱਸੀ ਹੋਈ ਹੈ। ਇੱਕ ਸ਼ਬਦ ਪੜ੍ਹਦੇ ਹਾਂ ਨਾ ਅਸੀਂ, ਕੱਲ੍ਹ ਉਹਨਾਂ ਨੇ ਕਿਹਾ ਸ਼ਬਦ ਦੀ ਵਿਚਾਰ ਕਰਨਾ। ਉਹ ਸ਼ਬਦ ਮੈਂ ਪੂਰਾ ਕੰਪਲੀਟ ਸ਼ਾਇਦ ਨਾ ਕਰਾਂ। ਮੁੱਲ ਖਰੀਦੀ ਲਾਲਾ ਗੋਲਾ, ਮੇਰਾ ਨਾਮ ਸੁਭਾਗਾ। ਉਸ ਸ਼ਬਦ ਦਾ ਰਹਾਉ ਹੈ, ਤੇਰੇ ਲਾਲੇ ਕਿਆ ਚਤੁਰਾਈ, ਸਾਹਿਬ ਕਾ ਹੁਕਮ ਨਾ ਕਰਨਾ ਜਾਈ। ਲਾਲਾ ਹੁੰਦਾ ਮਤਲਬ ਜਿਹੜਾ ਤੇਰਾ ਗੁਲਾਮ। ਗੁਲਾਮੀ ਦਾ ਕੀ ਮਤਲਬ? ਗੁਲਾਮ ਕੌਣ ਹੁੰਦਾ? ਗੁਲਾਮ ਹੁੰਦਾ ਕਿਸੇ ਦੇ ਅੰਡਰ ਰਹਿਣ ਵਾਲਾ। ਨਿਯਮ ਦਾ ਮਤਲਬ ਹੈ ਕਿ ਮੈਂ ਨਿਯਮ ਦੇ ਅੰਡਰ। ਤੇਰੇ ਲਾਲੇ ਕਿਆ ਚਤੁਰਾਈ, ਮੈਨੂੰ ਕੀ ਸਿਆਣਪ ਹੈਗਾ, ਮੈਨੂੰ ਕੋਈ ਮਤਲਬ ਆਂਦੀ ਨਹੀਂ ਸਿਆਣਪ। ਸਾਹਿਬ ਕਾ ਹੁਕਮ ਨਾ ਕਰਨਾ ਜਾਈ, ਬਸ ਤੈਨੂੰ ਤੇਰਾ ਨਿਯਮ ਨਹੀਂ ਮੈਨੂੰ ਮੰਨਣਾ ਆਉਂਦਾ। ਔਰ ਜਿਹਨੂੰ ਨਿਯਮ ਨਹੀਂ ਮੰਨਣਾ ਆਇਆ ਨਾ, ਜਿਹਨੂੰ ਸਿਸਟਮ ਦੀ ਸਮਝ ਨਹੀਂ ਆਈ, ਉਹਦਾ ਜੀਣਾ ਬੜਾ ਮੁਸ਼ਕਿਲ ਹੈ। ਉਹਦਾ ਦੇਖੋ ਕੰਮ, ਅਸੀਂ ਘਰ ਦੇ ਵਿੱਚ ਕੋਈ ਤੁਸੀਂ ਕੋਈ ਭਾਂਡੇ ਸਾਫ਼ ਕਰਨ ਵਾਲੇ ਕੋਈ ਨੌਕਰ ਰੱਖੋ, ਕੋਈ ਮਾਈ ਰੱਖੋ, ਕੁਛ ਵੀ ਫੈਕਟਰੀ ਦੇ ਵਿੱਚ ਕਿਸੇ ਨੂੰ ਵਰਕਰ ਨੂੰ ਰੱਖੋ। ਸਾਰੀ ਗੱਲਬਾਤ ਕਰਨ ਤੋਂ ਪਹਿਲੇ ਨਾ, ਸਾਰੀ ਗੱਲਬਾਤ ਜੋ ਸਾਰੀ ਉਹਦੇ ਨਾਲ ਸੈਟਲ ਹੋ ਜਾਂਦੀ, ਹਾਂ ਵੀ ਤੂੰ ਇਹ ਕੰਮ ਜਾਣਦਾ, ਹਟ ਜਾਣਦਾ, ਉਹਨੂੰ ਅਪੁਆਇੰਟ ਕਰਨ ਤੋਂ ਪਹਿਲੇ, ਉਹਨੂੰ ਉੱਥੇ ਨੌਕਰੀ 'ਤੇ ਰੱਖਣ ਤੋਂ ਪਹਿਲੇ ਸਾਰੇ ਪਹਿਲੇ ਨਿਯਮ ਸਮਝਾਉਂਦੇ हैं। हाँ भाई इतने बजे घर पे आना है, ऐसे ऐसे काम करना है, ये पहले ये कमरा करना है, फिर वो कमरा करना है, बर्तन बाद में करने हैं, ये वो सारी गल्लां समझाते हैं। जे फैक्ट्री भी रखना है तो फैक्ट्री की पहले गल दसिया, इन्ने बजे फैक्ट्री आएगा, यह काम करना ही, ये तेरी ड्यूटी है, इन्ने बजे जाएगा, तेरा ओवर टाइम इन्ना मिलेगा। सारी जड़े ना सारे वो जड़े वो समझाए जाते हैं उन्होंने नियम। जी वड्डी कंपनियां है वो साइन करवाते हैं, बॉन्ड साइन करवा, बिना साइन दे कोई कहे मैं साइन नहीं करता, मैनू यह मंजूर नहीं है, कभी भी वो नौकरी ते अपॉइंट नहीं हो सकता। घर माई भी रखो, कहेगा मैं अपनी मर्जी ना लाऊंगी, मेरे को नहीं मतलब तुम्हारे से क्या किन्ने बजे उठते हो किन्ने बजे, ਜਿਹੜਾ ਕੰਮ ਮੇਰੀ ਮਰਜ਼ੀ ਹੋ ਜਾਏਗਾ ਮੈਂ ਉਹ ਕਰਾਂਗੀ, ਮੈਨੂੰ ਨਹੀਂ ਲੈਣਾ ਦੇਣਾ ਤੁਹਾਡੇ ਨਾਲ। ਉਹ ਕਦੀ ਵੀ ਅਪਾਇੰਟ ਨਹੀਂ ਹੋ ਸਕਦੀ। ਸੋ ਇੱਥੋਂ ਨਿਕਲ ਗਿਆ ਮੇਰਾ। ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ। ਸੋ ਸੰਤ ਸਾਜਨ, ਇੱਥੇ ਵੀ ਇੱਕ ਬੜਾ ਵੱਡਾ ਭੁਲੇਖਾ ਹੈ। ਸੰਤ ਸਾਜਨ ਭਏ ਸਰਸੇ ਅਸੀਂ ਪੜ੍ਹ ਜਾਂਦੇ ਹਾਂ, ਸਰਸੇ ਉਹ ਨਹੀਂ ਹੈਗਾ ਸਰਸੇ ਵਾਲੇ। ਸੰਤ ਸਾਜਨ ਭਏ ਸਰਸੇ, ਰਸ ਨਾਲ ਭਰੇ ਹੋਏ। ਸੰਤ ਸਾਜਨ ਭਏ, ਸੰਤ ਸਾਜਨ ਭਾਵ ਉਹ ਰੱਬੀ ਗੁਣ ਭਏ ਅੰਦਰ ਆਏ, ਸਰਸੇ ਪੂਰੇ ਗੁਰ ਤੇ ਜਾਣੀ। ਜਦੋਂ ਪੂਰੇ ਗੁਰੂ ਨੂੰ ਜਾਣਿਆ, ਔਰ ਸਰਸੇ ਦਾ ਮਤਲਬ ਹੈ ਔਰ ਰਸ ਨਾਲ ਭਰਪੂਰ। ਅਸੀਂ 12 ਮਾਹ ਦੀ ਬਾਣੀ ਅਸੀਂ ਪੜ੍ਹ ਕੇ ਆਏ ਹੋਏ ਹਾਂ। ਉਹਦੇ ਵਿੱਚ ਅਸੀਂ ਜਿਹੜਾ ਵਿਸਾਖ ਦਾ ਮਹੀਨਾ ਸੀ, ਵਿਸਾਖ ਦੇ ਉਹ ਕਹਿੰਦੇ ਵਿਸਾਖ ਧੀਰਨ ਕਿਉਂ ਵਾਢੀਆ ਜਿੰਨਾ ਪ੍ਰੇਮ ਵਿਛੋ। ਉਹਦੇ 'ਚ ਅਸੀਂ ਸਮਝਿਆ ਸੀ ਕਿ
ਜਦੋਂ ਇਹ ਪਤਝੜ ਦਾ ਮੌਸਮ ਆਉਂਦਾ ਨਾ, ਪਤਝੜ ਦਾ ਮੌਸਮ ਤੋਂ ਬਾਅਦ ਇਸ ਤਰ੍ਹਾਂ ਲੱਗਦਾ ਜਿਹੜਾ ਪੇੜ ਬਿਲਕੁਲ ਸੁੱਕ ਗਿਆ, ਬਿਲਕੁਲ ਇਸ ਤਰ੍ਹਾਂ ਲੱਗਦਾ ਬਿਲਕੁਲ ਇਹਦੇ 'ਚ ਜਾਨ ਹੈ ਹੀ ਨਹੀਂ, ਖਤਮ ਹੋ ਗਿਆ, ਬਿਲਕੁਲ ਟਾਹਣੀਆਂ ਨਿਕਲ ਆਉਂਦੀਆਂ ਉਹਦੀਆਂ। ਲੇਕਿਨ ਕਿਤੇ ਅੰਦਰੋਂ ਉਹ ਜੜ ਜੁੜੀ ਹੁੰਦੀ ਹੈ, ਅੰਦਰੋਂ ਉਹ ਜੜ ਜੁੜੀ ਹੁੰਦੀ ਹੈ। ਉਹਦੇ ਮੌਸਮ ਦਾ ਪ੍ਰਭਾਵ ਵੀ ਬੜਾ ਪੈਂਦਾ ਹੈ, ਧੁੱਪ, ਗਰਮੀ, ਤਪਸ਼, ਬਾਰਿਸ਼, ਹਰ ਤਰ੍ਹਾਂ ਦਾ ਮੌਸਮ ਚੱਲਦਾ ਹੈ, ਲੇਕਿਨ ਅੰਦਰੋਂ ਜੜ੍ਹਾਂ ਉਹਦੀਆਂ ਜੁੜੀਆਂ ਹੁੰਦੀਆਂ। ਜਦੋਂ ਮੌਸਮ ਚੇਂਜ ਹੁੰਦਾ ਕੁਝ ਟਾਈਮ ਬਾਅਦ ਉਹ ਫਿਰ ਹਰਾ ਭਰਾ ਹੋ ਜਾਂਦਾ, ਫਿਰ ਪੂਰੀ ਖਿਲਾਵਟ ਉਹਦੇ 'ਤੇ ਆ ਜਾਂਦੀ ਹੈ। ਲੇਕਿਨ ਸ਼ਰਤ ਇਹ ਹੈ ਕਿ ਅੰਦਰ ਜੁੜਿਆ ਹੋਏ, ਉਹਦੇ ਅੰਦਰ ਕਿਤੇ ਰਸ ਹੋਏ। ਅਤੇ ਜੇ ਉੱਥੋਂ ਹੀ ਇੱਕ ਟਾਹਣੀ ਕੱਟ ਦਿਓ, ਕੱਟ ਕੇ ਜ਼ਮੀਨ 'ਤੇ ਸੁੱਟ ਦਿਓ, ਉਹਨੂੰ ਜਿੰਨਾ ਮਰਜ਼ੀ ਪਾਣੀ ਦੇ ਦਿਓ, ਜਿੰਨਾ ਮਰਜ਼ੀ ਉਹਦੇ ਦੀ ਸੇਵਾ ਕਰ ਲਓ, ਜਿੰਨੀ ਮਰਜ਼ੀ ਖਾਦ ਪਾ ਲਓ, ਉਹ ਸੁੱਕਦਾ ਹੀ ਜਾਂਦਾ, ਕਿਉਂਕਿ ਅੰਦਰ ਰਸ ਖਤਮ ਹੋ ਜਾਂਦਾ। ਸੋ ਇੱਥੇ ਕਹਿੰਦੇ ਸੰਤ ਸਾਜਨ ਭਏ ਸ ਰਸੇ ਭਾਵ ਜਿਨ੍ਹਾਂ ਨੇ ਉਹ ਉਸ ਅੰਦਰ ਦੇ ਰਸ ਨੂੰ ਮਤਲਬ ਸਜੋ ਕੇ ਰੱਖਿਆ। ਅੰਦਰੋਂ ਰਸ ਸੁੱਕ ਗਿਆ ਫਿਰ ਤੇ ਖਤਮ ਹੀ ਹੋ ਗਿਆ ਸਭ ਕੁਝ। ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਿਹਾ ਭਰਪੂਰੇ। ਸੁਣਤੇ ਪੁਨੀਤ ਕਹਿਤ, ਉਹ ਪਵਿੱਤਰਤਾ, ਉਹ ਪੁਨੀਤਤਾ, ਉਹ ਪਿਓਰਿਟੀ ਉਹਨੂੰ ਹੀ ਮਿਲੀ ਜਿਹਨੂੰ ਪਤਾ ਲੱਗਿਆ ਕਿ ਸਤਿਗੁਰ ਰਿਹਾ ਭਰਪੂਰੇ ਆ। ਨਿਯਮ ਜਿਹੜਾ ਨਾ, ਸਿਸਟਮ ਜਿਹੜਾ ਨਾ, ਸਾਰੇ ਪਾਸੋਂ ਵਰਤ ਰਿਹਾ। ਉਹ ਨਿਯਮ ਦੇ ਵਿਰੁੱਧ ਜਿਹੜੀ ਗੱਲਾਂ ਹੁੰਦੀਆਂ, ਅੱਜ ਮਨਾ ਰਹੇ ਹਾਂ ਗੁਰੂ ਨਾਨਕ ਪਾਤਸ਼ਾਹ ਜੀ ਦਾ 550 ਸਾਲਾ। ਹੁਣ ਇੱਥੇ ਸਾਨੂੰ ਕਿਉਂਕਿ ਸਾਡੇ ਸਿਸਟਮ 'ਚ ਇਹੋ ਜਿਹੀਆਂ ਗੱਲਾਂ ਹੈਗੀਆਂ, ਇਸ ਕਰਕੇ ਅਸੀਂ ਗੱਲਾਂ ਕਹਾਣੀਆਂ ਵੀ ਉਹੀ ਜੋੜ ਦਿੱਤੀਆਂ ਕਿ ਮੱਝਾਂ ਚਰਾਉਣ ਗਏ ਅਤੇ ਉੱਥੇ ਇਹ ਹੋ ਗਿਆ, ਸੋ ਗਏ, ਮੱਝਾਂ ਖਾ ਗਈਆਂ, ਜਾਂ ਉੱਥੇ ਦੁਕਾਨ 'ਤੇ ਗਏ, ਉਹਨਾਂ ਨੇ 13 ਕਣ ਕੇ ਵੰਡ ਦਿੱਤਾ, ਜਾਂ ਉੱਥੇ ਗਏ ਵਪਾਰ ਕਰਨ ਗਏ, ਉੱਥੇ 20 ਰੁਪਏ। ਲੇਕਿਨ ਕਿਤੇ ਬਾਹਰਲੇ ਦੇਸ਼ਾਂ ਜਿੱਥੇ ਆਪਣੀ ਡਿਊਟੀ ਨੂੰ ਪੂਰਾ ਸਮਝਦੇ ਨੇ ਨਾ ਬੱਚੇ, ਜਿੱਥੇ ਉਹਨਾਂ ਨੂੰ ਪਤਾ ਹੈ ਕਿ ਬਈ 9 ਵਜੇ ਦੀ ਡਿਊਟੀ ਹੈ ਅਤੇ 9 ਵਜੇ ਤੋਂ 5-10 ਮਿੰਟ ਪਹਿਲੇ ਪਹੁੰਚਣਾ ਮੈਂ, ਇੱਕ ਮਿੰਟ ਦੀ ਕੀਮਤ ਹੈ ਉੱਥੇ ਦੇ ਬੱਚਿਆਂ ਨੂੰ ਕੋਈ ਗੱਲ ਦੱਸਣਾ ਤਾਂ ਉਹ ਕਹਿੰਦੇ ਨੇ ਕਿ ਗੁਰੂ ਨਾਨਕ ਸਾਹਿਬ ਤਾਂ ਫਿਰ ਮਤਲਬ ਇਰਰਿਸਪੋਂਸੀਬਲ ਸੀ, ਉਹਨਾਂ ਨੇ ਡਿਊਟੀ ਆਪਣੀ ਕੋਈ ਨਿਭਾਈ ਨਹੀਂ। ਵਪਾਰ ਕਰਨ ਗਏ, ਉਹਨਾਂ ਨੂੰ ਵਪਾਰ ਕਰਨਾ ਨਹੀਂ ਆਇਆ, ਮੱਝਾਂ ਚਰਾਉਣ ਗਏ, ਮੱਝਾਂ ਚਰਾਉਣ ਨਹੀਂ ਆਈਆਂ, ਉੱਥੇ ਦੁਕਾਨ 'ਤੇ ਬੈਠੇ, ਉਹਨਾਂ ਨੂੰ ਦੁਕਾਨਦਾਰੀ ਕਰਨੀ ਨਹੀਂ ਆਈ। ਕੀਤਾ ਕੀ ਫਿਰ ਉਹਨਾਂ ਨੇ? ਇਹ ਪ੍ਰੇਰਨਾ ਤਾਂ ਅਸੀਂ ਨਹੀਂ ਦੇ ਸਕਦੇ। ਫਿਰ ਇਹ ਝੂਠੀਆਂ ਕਹਾਣੀਆਂ ਤੋਂ ਅਸੀਂ ਕੋਈ ਬੱਚਿਆਂ ਨੂੰ ਪ੍ਰੇਰਨਾ ਨਹੀਂ ਮਿਲਦੀ। ਜੇ ਗੁਰੂ ਨਾਨਕ ਸਾਹਿਬ ਦੀ ਗੱਲ ਕਰਨੀ, ਗੁਰੂ ਨਾਨਕ ਸਾਹਿਬ ਦੀ ਬਾਣੀ ਹੀ ਦੱਸੇਗੀ ਉਹਨਾਂ ਨੇ ਕੀ ਕੀਤਾ। ਸੁਣਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਿਹਾ ਭਰਪੂਰੇ ਬਿਨਵੰਤ ਨਾਨਕ। ਹੁਣ ਬਿਨਵੰਤ ਨਾਨਕ ਗੁਰੂ ਨਾਨਕ ਸਾਹਿਬ ਬੇਨਤੀ ਕਰ ਰਹੇ ਨੇ। ਮੈਂ ਇੱਕ ਪੁਆਇੰਟ ਮੈਂ ਤੁਹਾਨੂੰ ਥੋੜ੍ਹਾ ਜਿਹਾ ਮੈਂ ਵਿਸਰ ਗਿਆ। ਮੈਂ ਜਿਹੜਾ ਪਿਛਲਾ ਹੁਣੇ ਸ਼ਬਦ ਅਸੀਂ ਕੀਤਾ ਨਾ, ਮੁੱਲ ਖਰੀਦਾ ਲਾਲਾ ਗੋਲਾ, ਜਿਹੜਾ ਉਸ ਸ਼ਬਦ ਤੋਂ ਅਗਲਾ ਸ਼ਬਦ ਪੜ੍ਹਨਾ, ਬਿਲਕੁਲ ਅਗਲਾ ਸ਼ਬਦ, ਕੋਈ ਕਹੇ ਭੂਤਨਾ ਕੋਈ ਬੇਤਾਲਾ, ਕੋਈ ਕਹੇ ਆਦਮੀ ਨਾਨਕ ਵਿਚਾਰਾ। ਇਹ ਸਾਰੇ ਉਸ ਕੰਟੈਕਸ ਦੇ ਸ਼ਬਦ ਆਏ ਨੇ, ਉਸ ਲੜੀਵਾਰ ਸ਼ਬਦ ਆਏ ਨੇ। ਸੋ ਉਸ ਸ਼ਬਦ ਨੂੰ ਵੀ ਤੁਸੀਂ ਪੜ੍ਹ ਕੇ ਦੇਖਣਾ ਅਤੇ ਤੁਹਾਨੂੰ ਹੋਰ ਉਸ ਜਿਹੜੀ ਹੈ ਗੱਲ ਹੋਰ ਕਲੀਅਰ ਹੋਏਗੀ ਕਿ ਕਿਸ ਤਰ੍ਹਾਂ ਜਿਹੜੀ ਹੈ ਨਿਯਮ ਦੀ ਸਿਸਟਮ ਦੀ ਗੱਲ ਕੀਤੀ ਹੋਈ ਹੈ। ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ। ਸੋ ਅਨਹਦ ਤੂਰੇ ਭਾਵ ਉਹ ਅਨਹਦ ਦਾ ਨਾਦ। ਅਨਹਦ ਇੱਕ ਤਾਂ ਅਨਹਦ ਦਾ ਨਾਦ ਪਤਾ ਨਹੀਂ ਕਿਹੜਾ ਕਿਹਾ ਕਿ ਜਿਹੜਾ ਅੰਦਰੋਂ ਪਤਾ ਨਹੀਂ ਮਿਊਜ਼ਿਕ ਸੁਣਨਾ ਸ਼ੁਰੂ ਹੋ ਜਾਂਦਾ ਹੈ। ਉਹ ਪਤਾ ਨਹੀਂ ਕਿਹੜੇ ਉਹ ਜੋਗੀਆਂ ਦਾ ਕਿਹੜਾ ਉਸ ਸਿਸਟਮ ਹੋਏਗਾ ਜਿਹੜੇ ਉਹ ਕਹਿੰਦੇ ਨੇ ਕਿ ਵੀ ਇਸ ਤਰੀਕੇ ਦੇ ਨਾਲ ਉਹ ਅੰਦਰ ਵਾਜੇ ਵੱਜਣੇ ਜਾਂ ਕੋਈ ਇਸ ਤਰ੍ਹਾਂ ਦੀ ਮਿਊਜ਼ਿਕ ਜਾਂ ਸੁਣਨਾ ਸ਼ੁਰੂ ਹੁੰਦਾ। ਲੇਕਿਨ ਮਿਊਜ਼ਿਕ ਜਿਹੜਾ ਹੈਗਾ ਉਹ ਚਾਰੋਂ ਤਰਫੋਂ ਜਿਹੜਾ ਹੈ ਨਾ ਨਿਯਮ ਜਿਹੜਾ ਵਰਤਦਾ ਪਿਆ ਨਾ, ਉਹ ਅਨਹਦ ਹੈ। ਅਨਹਦ ਨਾਲ ਮਤਲਬ ਜਿਹਦੀ ਹੱਦ ਨਹੀਂ ਹੈ, ਜਿਹਦਾ ਪਾਰ ਬੰਨਾ ਨਹੀਂ ਹੈ, ਹੱਦ ਤੋਂ ਬਿਨਾਂ, ਜਿਹਨੂੰ ਐਕਸਪਲੇਨ ਨਹੀਂ ਕੀਤਾ ਜਾ ਸਕਦਾ, ਜਿਹਦੀ ਕੋਈ ਲਿਮਿਟੇਸ਼ਨਸ ਨਹੀਂ ਹੈ, ਜਿਹਦੀ ਕੋਈ ਬਾਊਂਡਰੀ ਨਹੀਂ ਹੈ, ਜਿਹਨੂੰ ਕੋਈ ਫੈਂਸ ਦੇ ਵਿੱਚ ਨਹੀਂ ਲਗਾਇਆ ਜਾਂਦਾ ਕਿ ਹਾਂ ਵੀ ਇਹ ਅਖੀਰ ਹੈ। ਪਤਾ ਨਹੀਂ ਕਿਤਨੀਆਂ ਅੱਜ ਤੱਕ ਖੋਜਾਂ ਹੋ ਗਈਆਂ, ਕਿਤਨੀ ਮੈਡੀਕਲ ਸਾਇੰਸ ਦੀ ਖੋਜਾਂ ਕਰ ਲਈਆਂ, ਕਿੰਨੇ ਆ ਜਿਹੜੇ ਖਗੋਲ ਸ਼ਾਸਤਰੀ ਨੇ ਜਿਹੜੇ ਕਿੰਨੇ ਧਰਤੀਆਂ, ਕਿੰਨੇ ਬ੍ਰਹਿਮੰਡ ਕਿੱਥੇ ਤੱਕ ਪਹੁੰਚ ਗਏ ਨੇ, ਹਜੇ ਤੱਕ ਜਿਹੜਾ ਹੈ ਉਹ ਕੰਪਲੀਟ ਨਹੀਂ ਕਰ ਪਾਏ। ਇਹ ਨਹੀਂ ਕਹਿ ਸਕਦੇ ਕਿ ਹਾਂ ਵੀ ਹੁਣ ਸਾਡੀ ਖੋਜ ਕੰਪਲੀਟ ਹੈ ਅਤੇ ਲਾਈਨ ਮਾਰਤੀ ਉਹਨਾਂ ਨੇ, ਨਹੀਂ, ਅੰਤ ਹੀ ਨਹੀਂ ਹੈ।
ਉਹ ਰੱਬੀ ਨਿਯਮ ਦਾ, ਉਹ ਸਿਸਟਮ ਦਾ ਕੋਈ ਅੰਤ ਨਹੀਂ ਹੈ। ਸੋ ਇਹ ਪੂਰੀ ਬਾਣੀ ਜਿਹੜੀ ਹੈ ਨਾ, ਇੱਕ ਅਗਰ ਇੱਕ ਇਹਨੂੰ ਕਨਕਲੂਡ ਕਰੀਏ ਤੇ ਕੇਵਲ ਉਹ ਆਨੰਦ ਦੀ ਅਵਸਥਾ ਤੱਕ ਪਹੁੰਚਣ ਦੀ ਗੱਲ ਹੈ। ਔਰ ਉਹ ਸਾਰੀ ਗਵਾਣੀ ਮੈਨੂੰ ਮੇਰੇ ਖਿਆਲ ਮੈਂ ਪਿੱਛੇ ਦੇਖ ਰਿਹਾ ਸੀ ਕਿ 13 ਮਈ 18 ਨੂੰ ਅਸੀਂ ਇਹ ਬਾਣੀ ਸਟਾਰਟ ਕੀਤੀ ਸੀ। ਅੱਜ ਕਰੀਬਨ 1.5 ਸਾਲ ਦੇ ਕਰੀਬ ਹੋ ਗਿਆ, ਵਿੱਚ ਅਸੀਂ ਕੁਛ ਹੋਰ ਵੀ ਕੀਤਾ ਹੋਏਗਾ, ਲੇਕਿਨ 1.5 ਸਾਲ ਦੇ ਕਰੀਬ ਸਾਨੂੰ ਇਹ ਬਾਣੀ ਦੀ ਵਿਚਾਰ ਕਰਦੇ ਹੋ ਗਿਆ। ਇੱਕ ਦੋ ਪੌੜੀਆਂ ਕਰਕੇ ਅਸੀਂ ਕੀਤਾ, ਕਿੰਨਾ ਟਾਈਮ ਲਾਇਆ ਜੋ ਵੀ ਹੈ। ਤੇ 1.5 ਸਾਲ ਦੇ ਵਿੱਚ ਜਿਹੜੀ ਬਾਣੀ ਦੀ ਵਿਚਾਰ ਕਰਕੇ ਅਸੀਂ ਆਨੰਦ ਸਾਹਿਬ ਦੀ ਕੰਪਲੀਸ਼ਨ ਕੀਤੀ ਹੈ। ਕੇਵਲ ਤੇ ਕੇਵਲ ਇੱਕੋ ਹੀ ਗੱਲ ਦੇ ਉੱਤੇ ਅਸੀਂ ਜਿਹੜੀ ਜ਼ੋਰ ਪੂਰੀ ਬਾਣੀ ਦਿੰਦੀ ਹੈ ਕਿ ਸਾਨੂੰ ਬਾਣੀ ਕੇਵਲ ਤੇ ਕੇਵਲ ਕਾਮਨ ਸੈਂਸ ਦਿੰਦੀ ਹੈ। ਜਿਹੜਾ ਵੀ ਸ਼ਬਦ ਲਓ, ਜਿਹੜਾ ਵੀ ਸ਼ਬਦ ਪੜ੍ਹੋ, ਜਿਹੜਾ ਵੀ ਬਾਣੀ ਪੜ੍ਹੋ, ਬਾਣੀ ਦੇ ਵਿੱਚੋਂ ਜੇ ਤਾਂ ਸਾਨੂੰ ਗਿਆਨ, ਸਾਡੀ ਕਾਮਨ ਸੈਂਸ, ਸਾਡਾ ਬੁੱਧੀ, ਸਾਡੀ ਮਤਲਬ ਪੱਧਰ ਉੱਚਾ ਹੋ ਰਿਹਾ, ਸਾਡੀ ਕਾਮਨ ਸੈਂਸ ਉੱਚੀ ਹੋ ਰਹੀ ਹੈ, ਸਾਨੂੰ ਕੋਈ ਜੀਵਨ ਦਾ ਨਵਾਂ ਰਸਤਾ ਮਿਲ ਰਿਹਾ, ਤਾਂ ਤੇ ਉਹ ਬਾਣੀ ਪੜ੍ਹੀ, ਸੁਣੀ, ਵਿਚਾਰੀ ਸਾਡੇ ਲਾਹੇਵੰਦ ਹੈ। ਤੇ ਜੇ ਸਿਰਫ ਢੋਲਕੀਆਂ ਛੈਣੇ ਵਜਾ ਕੇ ਆ ਗਏ, ਜਾਂ ਕਥਾ ਕਹਾਣੀਆਂ ਕੋਈ ਹੋਰ ਹੀ ਸੁਣ ਕੇ ਆ ਗਏ, ਜਾਂ ਪੁਰਾਣੇ ਜਿਹੜੀਆਂ ਕਿ ਅਨਅਥੈਂਟਿਕ ਜਿਹੜੀਆਂ ਕਹਾਣੀਆਂ ਉਹਨਾਂ ਨੂੰ ਸੁਣ ਕੇ ਆਏ ਕਿ ਕੁਝ ਹੋਰ ਝੂਠ, ਤੇ ਉਹਨਾਂ ਉਸ ਬਾਣੀ ਦਾ ਕੋਈ ਫਾਇਦਾ ਨਹੀਂ ਹੈ। ਅਸੀਂ ਕਹਿੰਦੇ ਬਾਣੀ ਪੜ੍ਹੀ ਸੁਣੀ ਸੱਚਖੰਡ ਵਿਖੇ ਪ੍ਰਵਾਨ ਕਰੀਏ, ਪ੍ਰਵਾਨ ਹੋਈ ਹੈ ਕਿ ਨਹੀਂ ਹੋਈ ਹੈ ਸਾਨੂੰ ਨਹੀਂ ਪਤਾ ਹੁੰਦਾ। ਅਸੀਂ ਕਿੰਨੀ ਪੜ੍ਹ ਤੇ ਲੈਂਦੇ ਹਾਂ, ਅਰਦਾਸ ਕਰ ਦਿੰਦੇ ਹਾਂ, ਬਾਣੀ ਪੜ੍ਹੀ ਸੁਣੀ ਸੱਚਖੰਡ, ਉਹ ਸੱਚਖੰਡ ਕਿੱਥੇ ਹੈ? ਸੱਚਖੰਡ ਅੰਦਰ ਹੈ। ਉੱਥੇ ਪ੍ਰਵਾਨ ਹੋਈ ਹੈ ਕਿ ਨਹੀਂ ਹੋਈ? ਉੱਥੇ ਉਹ ਸਾਡੇ ਗਲੇ ਉਤਰੀ ਹੈ ਕਿ ਨਹੀਂ ਉਤਰੀ? ਉਹ ਸਾਨੂੰ ਸਮਝ ਆਈ ਹੈ ਕਿ ਨਹੀਂ? ਉਹਦੇ ਨਾਲ ਸਾਡਾ ਜੀਵਨ ਪੱਧਰ ਕੁਝ ਸੁਧਰਿਆ ਕਿ ਨਹੀਂ ਸੁਧਰਿਆ? ਸਾਡੀ ਕਾਮਨ ਸੈਂਸ ਨੂੰ ਸਾਨੂੰ ਵਧਾਇਆ ਕਿ ਨਹੀਂ ਵਧਾਇਆ? ਸਾਡੇ ਗਿਆਨ 'ਚ ਕੋਈ ਵਾਧਾ ਹੋਇਆ ਕਿ ਨਹੀਂ ਹੋਇਆ? ਉਹ ਜਿਹੜਾ ਅੰਦਰ ਦਾ ਸੱਚਖੰਡ ਹੈ ਨਾ, ਉੱਥੇ ਪ੍ਰਵਾਨ ਹੋਈ ਹੈ। ਤੇ ਫਿਰ ਤੇ ਸਾਡਾ ਟਾਈਮ ਲਗਾਇਆ, ਘੰਟਾ 2 ਘੰਟੇ, ਅੱਧਾ ਘੰਟਾ, ਜਿੰਨਾ ਵੀ ਲਾਇਆ, ਉਹ ਸਾਡਾ ਜਿਹੜਾ ਉਹ ਲਾਹੇਵੰਦ ਹੈ। ਵਰਨਾ ਤੇ ਅਸੀਂ ਗਏ ਤੇ ਲੰਗਰ ਖਾਧਾ, ਡੋਨਾ ਚੁੱਕ ਕੇ ਘਰ ਆ ਗਏ। ਅਸੀਂ ਕਹੇ ਵੀ ਸਾਨੂੰ ਵੀ ਸੈਟਿਸਫੈਕਸ਼ਨ ਹੋਈ, ਅਸੀਂ ਸਤ ਸੰਗਤ ਕਰ ਆਏ ਹਾਂ, ਅਸੀਂ ਗੁਰਦੁਆਰੇ ਹੋਏ ਹਾਂ, ਮੱਥਾ ਟੇਕ ਹਾਂ, ਬਾਣੀ ਸੁਣ ਆਏ ਹਾਂ। ਲੇਕਿਨ ਐਕਚੁਅਲ ਜਿਹੜਾ ਮਕਸਦ ਬਾਣੀ ਦਾ, ਪੂਰੀ ਬਾਣੀ ਦਾ, ਗੁਰੂ ਸਾਹਿਬ ਦਾ ਇੱਕੋ ਹੀ ਸੀ ਕਿ ਆਮ ਬੰਦੇ ਨੂੰ ਜਿਹੜਾ ਕਿ ਬਿਲਕੁਲ ਨੀਵੇਂ ਪੱਧਰ 'ਤੇ ਲਤਾੜਿਆ ਹੋਇਆ ਸੀ, ਆਮ ਦੁਨੀਆ ਤੋਂ, ਪੁਜਾਰੀਆਂ ਤੋਂ, ਜਾਂ ਜਿਹੜੇ ਧਰਮ ਦੇ ਜਿਹੜੇ ਠੇਕੇਦਾਰ ਸੀ ਜਾਂ ਰਾਜਸੀ ਤਾਕਤਾਂ ਸੀ, ਉਹਨਾਂ 'ਚੋਂ ਜਿਹੜਾ ਬਿਲਕੁਲ ਦਬਿਆ ਕੁਚਿਆ ਲਤਾੜਿਆ ਬੰਦੇ ਸੀ ਨਾ, ਉਹਨੂੰ ਕੋਈ ਕਾਮਨ ਸੈਂਸ ਦਿੱਤੀ ਜਾਏ, ਉਹਨੂੰ ਕੋਈ ਸੇਧ ਦਿੱਤੀ ਜਾਏ, ਉਹਨੂੰ ਕੋਈ ਐਸਾ ਗਿਆਨ ਦਿੱਤਾ ਜਾਏ ਜਿਹਦੇ ਨਾਲ ਉਹ ਆਪਣੇ ਅੰਦਰੋਂ ਕੋਈ, ਉਹਦੇ ਅੰਦਰ ਕੋਈ ਐਸਾ ਆਤਮ ਵਿਸ਼ਵਾਸ ਪੈਦਾ ਹੋਏ ਕਿ ਮੈਂ ਵੀ ਦੁਨੀਆ ਦੇ ਵਿੱਚ ਆਇਆ ਤੇ ਮੈਂ ਵੀ ਰੱਬ ਦੀ ਬਣਾਈ ਇੱਕ ਹਸਤੀ ਹਾਂ, ਮੇਰੇ ਅੰਦਰ ਵੀ ਸਤਿਗੁਰ ਰਿਹਾ ਭਰਪੂਰ ਹੈ। ਉਹ ਭਰਪੂਰ ਜੇ ਸਭ ਵਿੱਚ ਹੈ ਤੇ ਮੇਰੇ ਵਿੱਚ ਵੀ ਉਨਾ ਹੀ ਹੈ ਜਿੰਨਾ ਇਸ ਧਰਮ ਦੇ ਠੇਕੇਦਾਰ ਦੇ ਵਿੱਚ ਹੈ, ਜਿੰਨਾ ਰਾਜਸੀ ਗੱਦੀ 'ਤੇ ਬੈਠਣ ਵਾਲੇ 'ਚ ਹੈ। ਉਹਨੂੰ ਇਹ ਅੰਦਰੋਂ ਮਾਣ ਆਏ, ਉਹਨੂੰ ਇਹ ਅੰਦਰੋਂ ਇੱਕ ਆਤਮ ਵਿਸ਼ਵਾਸ ਜਗੇ। ਇਹ ਪੂਰੀ ਬਾਣੀ ਦਾ ਇੱਕੋ ਇੱਕ ਮਕਸਦ ਹੈ ਜਿਹੜਾ ਗੁਰੂ ਨਾਨਕ ਸਾਹਿਬ ਨੇ ਘਰ ਘਰ ਜਾ ਕੇ ਕਿੰਨੇ ਸਾਲ ਲਾ ਕੇ ਸੰਦੇਸ਼ ਦਿੱਤਾ। ਔਰ ਪਿੱਛੇ ਜੇ ਕਿਸੇ ਬੰਦੇ ਨੇ ਇਹ ਵੀ ਬੜੀ ਉਹਦੇ 'ਤੇ ਹੋਰ ਖੋਜ ਹੋਣ ਦੀ ਜਿਹੜੀ ਲੋੜ ਹੈ, ਕੋਸ਼ਿਸ਼ ਕਰਾਂਗੇ ਇਹਦੇ 'ਤੇ ਹੋਰ ਤੁਸੀਂ ਵੀ ਆਪਣੇ ਸੋਚਣਾ ਇਸ ਬਾਰੇ ਕਿ ਗੁਰੂ ਨਾਨਕ ਸਾਹਿਬ 'ਤੇ ਸਭ ਤੋਂ ਜਿਹੜਾ ਵੱਡਾ ਜਿਹੜਾ ਇੱਕ ਦੋਸ਼ ਹੈਗਾ ਕਿ ਉਹਨਾਂ ਦੇ ਬੱਚੇ ਉਹਨਾਂ ਦੇ ਨਾਲ ਨਹੀਂ ਆਏ। ਲੇਕਿਨ ਹੁਣ ਉਹਨੇ ਬੰਦੇ ਦੀ ਵੀ ਖੋਜ ਹੈ, ਕਹਿੰਦਾ ਕਿਸੇ ਵੀ ਬੰਦੇ ਨੂੰ ਕਿਸੇ ਵੀ ਜਿਹੜੀ ਉਹਨੇ ਅਚੀਵ ਕੀਤਾ ਨਾ, ਭਾਵੇਂ ਉਹ ਕਿਸੇ ਸੀਟ ਨੂੰ ਅਚੀਵ ਕਰ ਲਿਆ ਦੁਨਿਆਵੀ, ਭਾਵੇਂ ਉਹਨੇ ਬਹੁਤ ਚੰਗੀ ਪੜ੍ਹਾਈ ਕਰ ਲਈ ਹੈ, ਜੱਜ ਬਣ ਗਿਆ, ਡਾਕਟਰ ਬਣ ਗਿਆ, ਕੋਈ ਵੀ ਵੱਡੀ ਪਦਵੀ ਲੈ ਲਈ ਉਹਨੇ, ਭਾਵੇਂ ਉਹ ਧਾਰਮਿਕ ਖੇਤਰ ਦੇ ਵਿੱਚ ਬਣ ਗਿਆ, ਉਹਦੀ ਕੋਈ ਵੀ ਉਣਤਾਈ ਨਾ ਹੋਏ ਉਹਦੇ ਜੀਵਨ ਦੇ ਵਿੱਚ। ਲੇਕਿਨ ਇਹ ਸਭ ਤੋਂ ਵੱਡੀ ਇੱਕ ਮਤਲਬ ਸਮਾਜ ਵੱਲੋਂ ਇੱਕ ਲੱਛਣ ਹੁੰਦਾ ਹੈ ਕਿ ਤੂੰ ਇੰਨਾ ਹੀ ਵੱਡਾ ਸੀ, ਤੇਰੇ ਮੁੰਡੇ ਤੇ, ਤੇਰੇ ਬੱਚੇ ਤੇ ਤੇਰੇ ਆਖੇ ਨਹੀਂ ਲੱਗੇ। ਇਹ ਬੜੀ ਵੱਡੀ ਇੱਕ ਨਾ ਇਲਜ਼ਾਮ ਹੈ ਨਾ, ਇਲਜ਼ਾਮ ਲੱਗਦਾ ਦੁਨੀਆ ਨੂੰ ਕੀ ਲਗਾਏਗਾ ਤੂੰ, ਤੇਰੇ ਆਪਣੇ ਬੱਚੇ। ਇਹ ਆਮ ਇੱਕ ਹੈਗੀ ਹੈ। ਹੁਣ ਉਹ ਜਿਹੜੀ ਖੋਜ ਕਹਿੰਦੀ ਹੈ ਕਿ ਬਈ ਜਦੋਂ ਗੁਰੂ ਨਾਨਕ ਸਾਹਿਬ ਦੀ ਜਿਹੜੀ ਉਹਨਾਂ ਦੀ ਮੈਰਿਜ ਹੋਈ ਹੈ, ਜਿਹੜਾ ਉਹਨਾਂ ਦੇ ਆਨੰਦ ਕਾਰਜ ਜਾਂ ਵਿਆਹ ਦਾ ਕਹੀਏ, ਉਹ ਉਸ ਟਾਈਮ ਦੇ ਜ਼ਮਾਨੇ ਦੇ ਵਿੱਚ ਜਾਂ 12 ਜਾਂ 14 ਸਾਲ ਦੇ ਵਿੱਚ ਆਮ ਤੌਰ 'ਤੇ ਹੋ ਜਾਂਦਾ ਸੀ। ਉਹ 12-14 ਸਾਲ ਦੀ ਉਮਰ ਦੇ ਵਿੱਚ ਉਹਨਾਂ ਦਾ ਆਨੰਦ ਕਾਰਜ ਹੋਇਆ। ਅਤੇ ਇੱਕ ਅਸੀਂ ਅੰਦਾਜ਼ਾ ਲਈ ਕਿ 4 ਸਾਲ 5 ਸਾਲ ਦਾ ਅਗਰ ਪੀਰੀਅਡ ਸੀ ਵਿੱਚ, ਅਤੇ
17-18 ਸਾਲ ਦੀ ਉਮਰ ਦੇ ਵਿੱਚ ਜਿਹੜਾ ਹੈ ਉਹ ਉਹਨਾਂ ਦੇ ਘਰ ਜਿਹੜਾ ਪੁੱਤਰ ਦਾ ਸਿਰਜਣ ਦਾ ਜਿਹੜਾ ਹੈ ਜਨਮ ਹੋਇਆ, ਔਰ 2-3 ਸਾਲ ਬਾਅਦ ਦੂਸਰੇ ਪੁੱਤਰ ਦਾ ਜਨਮ। ਅਤੇ ਤੁਸੀਂ ਲਗਾ ਲਓ ਜ਼ਿਆਦਾ ਜ਼ਿਆਦਾ 20 ਸਾਲ ਦੀ ਏਜ ਹੋਏਗੀ ਜਦੋਂ ਉਹਨਾਂ ਦੇ ਘਰ ਦੋਨੋਂ ਬੱਚਿਆਂ ਦਾ ਇੱਕ ਅੰਦਾਜ਼ਾ ਜਿਹੜੀ ਹਿਸਟੋਰੀਕਲ ਫੈਕਟਸ ਦੇ ਨਾਲ ਦੱਸਿਆ ਉਹਨੇ। ਉਸ ਤੋਂ ਬਾਅਦ ਜਿਹੜੀ ਸ਼ੁਰੂਆਤ ਹੋਈ, ਜਿਹੜੀ ਗੁਰੂ ਨਾਨਕ ਸਾਹਿਬ ਨੇ ਪਹਿਲੀ ਉਦਾਸੀ ਕੀਤੀ ਹੈ, ਜਿਹੜੀ ਪਹਿਲੀ ਉਹਨਾਂ ਦਾ ਪ੍ਰਚਾਰਕ ਦੌਰਾ ਸੀ ਜਿਹੜਾ ਹੈ, ਉਹ ਪ੍ਰਚਾਰਕ ਦੌਰਾ ਜਿਹੜਾ ਸਭ ਤੋਂ ਪਹਿਲਾਂ ਸੀ ਉਹ ਉਹਨਾਂ ਦੀ 34 ਸਾਲ ਦੀ ਉਮਰ 'ਚ ਹੋਇਆ। ਸ਼ੁਰੂਆਤ ਕੀਤੀ ਜਦੋਂ ਉਹਨਾਂ ਦੀ ਉਮਰ 34 ਸਾਲ ਸੀ, ਅਤੇ 34 ਸਾਲ ਦੀ ਉਮਰ ਦੇ ਵਿੱਚ ਜਿਹੜਾ ਹੈ ਪਹਿਲੇ ਪੁੱਤਰ ਦੀ ਉਮਰ ਜਿਹੜੀ ਹੈ ਉਹ ਵੀ ਸਮਝੋ ਕਿ 16 ਸਾਲ ਦੇ ਕਰੀਬ ਹੋ ਚੁੱਕੀ ਸੀ, ਔਰ ਦੂਜੇ ਪੁੱਤਰ ਦੀ ਉਮਰ ਵੀ 14 ਸਾਲ ਦੇ ਕਰੀਬ ਅੰਦਾਜ਼ਾ। ਇਹਦਾ ਮਤਲਬ ਦੋਨਾਂ ਬੱਚਿਆਂ ਦੇ ਵਿਆਹ ਵੀ ਉਸ ਟਾਈਮ ਹੋ ਗਏ ਹੋਣਗੇ, ਕਿਉਂਕਿ ਉਦੋਂ ਉਮਰ ਹੀ ਆਈ ਸੀ 12-14 ਸਾਲ ਦੀ ਉਮਰ ਦੇ ਵਿਆਹ ਕਰਨ ਦੇ। ਇਹਦਾ ਮਤਲਬ ਹੋ ਸਕਦਾ ਗੁਰੂ ਨਾਨਕ ਸਾਹਿਬ ਆਪਣੇ ਬੱਚਿਆਂ ਦੇ ਵਿਆਹ ਕਰਕੇ ਉਹਨਾਂ ਦੀ ਸਾਰੀ ਘਰ ਦੀ ਜ਼ਿੰਮੇਵਾਰੀ ਨਿਭਾ ਕੇ ਫਿਰ ਉਹ ਪ੍ਰਚਾਰਕ ਦੌਰੇ 'ਤੇ ਨਿਕਲੇ। ਹੁਣ ਹੋ ਸਕਦਾ ਉਹ ਬੱਚੇ ਜਿਹੜੇ ਨੇ ਉਹ ਠੀਕ ਹੈ ਉਸ ਪੱਧਰ 'ਤੇ ਨਹੀਂ ਪਹੁੰਚ ਸਕੇ ਗੁਰੂ ਨਾਨਕ ਸਾਹਿਬ ਦੇ, ਲੇਕਿਨ ਇਹ ਤਾਂ ਨਹੀਂ ਮੰਨ ਸਕਦੇ ਕਿ ਉਹ ਬਿਲਕੁਲ ਹੀ ਉਲਟ ਹੋ ਗਏ, ਕਿਉਂਕਿ ਆਮ ਤੌਰ 'ਤੇ ਇਹ ਕਿਹਾ ਜਾਂਦਾ ਕਿ ਭਈ ਉਹ ਗੁਰੂ ਨਾਨਕ ਸਾਹਿਬ ਚਲੇ ਗਏ ਅਤੇ ਪਿੱਛੋਂ ਉਹਨਾਂ ਨੇ ਵਰਗਲਾ ਲਿੱਤਾ ਇਹ, ਲੇਕਿਨ ਗੁਰੂ ਨਾਨਕ ਸਾਹਿਬ ਉਹਨਾਂ ਦੇ ਨਾਲ ਰਹੇ 14-15 ਸਾਲ ਦੀ ਉਮਰ ਤੱਕ। ਸੋ ਇੱਕ ਗੱਲ ਕਰਨ ਦੀ ਹੈਗੀ ਕਿ ਇਹ ਸ਼ਾਇਦ ਕਿਸੇ ਪੁਜਾਰੀ ਵੱਲੋਂ, ਬ੍ਰਾਹਮਣ ਵੱਲੋਂ, ਜਾਂ ਜਿਹੜੇ ਸਿੱਖੀ ਦੇ ਉਲਟ ਲੋਕ ਸੀ ਉਹਨਾਂ ਨੇ ਇਹ ਗੱਲ ਵੀ ਫੈਲਾ ਦਿੱਤੀ ਹੋਈ ਹੈ, ਜਾਣ ਬੁੱਝ ਕੇ ਇਹ ਗੱਲ ਲਿਖਵਾਈ ਗਈ ਹੋਏ ਕਿ ਗੁਰੂ ਨਾਨਕ ਸਾਹਿਬ ਦੇ ਬੱਚੇ ਜਿਹੜੇ ਉਹਨਾਂ ਦੇ ਨਾਲ ਨਹੀਂ ਸੀ। ਸੋ ਇਹਦੇ 'ਚ ਕਿੰਨੀ ਸੱਚਾਈ ਹੈ, ਕਿੰਨੀ ਇਹ ਗੱਲ ਹਜੇ ਖੋਜ ਕਰਨ ਦੀ ਹੈ, ਲੇਕਿਨ ਇੱਕ ਗੱਲ ਮੈਂ ਤੁਹਾਨੂੰ ਸਿਰਫ ਇੰਨੀ ਸਾਂਝੀ ਕਰ ਰਿਹਾ ਕਿ ਵੀ ਕਿਸ ਤਰ੍ਹਾਂ ਸਾਡੇ ਵਿੱਚ ਇਹ ਗੱਲਾਂ ਪਾ ਦਿੱਤੀਆਂ ਜਾਂਦੀਆਂ, ਵਾੜ ਦਿੱਤੀਆਂ ਜਾਂਦੀਆਂ, ਜਿਹਦੇ ਨਾਲ ਗੁਰਬਾਣੀ ਦੇ, ਗੁਰਮਤਿ ਦੇ ਸਿਧਾਂਤਾਂ ਤੋਂ ਉਲਟ ਅਸੀਂ ਜਿਹੜੀ ਆ ਮਤਲਬ ਸਮਾਜ 'ਚ ਗੱਲ ਫੈਲ ਜਾਂਦੀ ਹੈ। ਆਨੰਦ ਸਾਹਿਬ ਦੇ ਬਾਰੇ ਵੀ ਤੁਹਾਨੂੰ ਗੱਲ ਦੱਸੀ ਕਿ ਇਹ ਗੱਲ ਆਮ ਤੌਰ 'ਤੇ ਇਹ ਕਹੀ ਜਾਂਦੀ ਕਿ ਗਣੇਸ਼ ਜੀ ਦੀ ਪੂਜਾ ਦੇ, ਲੇਕਿਨ ਕਿਤੇ ਵੀ ਪੂਰੀ ਬਾਣੀ ਦੇ ਵਿੱਚ ਕਿਤੇ ਵੀ ਆਨੰਦ ਦੀ ਪ੍ਰਾਪਤੀ ਦਾ ਮਤਲਬ, ਜਿੱਥੇ ਅਸੀਂ ਸ਼ੁਰੂਆਤ ਕੀਤੀ ਹੈ ਨਾ, ਅਸੀਂ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਪਾਇਆ, ਸਤਿਗੁਰਤਾ ਪਾਇਆ ਸਹਿਜ ਚੇਤੀ, ਉਹਦੇ ਕਰਤਾ ਤੇਰੇ ਸਭ ਕੁਛ ਹੈ, ਜਦੋਂ ਉਸ ਗੱਲ 'ਤੇ ਜ਼ਿਆਦਾ ਜ਼ੋਰ ਦਿੱਤਾ ਜਾਂਦਾ ਜਿਸ ਦਿਨ ਸੋ ਪਾਵੇ। ਕਿਤੇ ਵੀ ਉਹ ਸਾਨੂੰ ਭੁਲੇਖਾ ਪੈਂਦਾ ਕਿ ਜੋ ਮੇਰੀ ਮਨ ਦੀ ਹੈਗੀ ਇੱਛਾਵਾਂ, ਜੋ ਮੈਨੂੰ ਚਾਹੀਦਾ ਉਹ ਇੱਥੋਂ ਮਿਲ ਜਾਂਦਾ। ਕਰਤਾ ਤੇਰੇ ਸਭ ਕੁਛ ਹੈ ਜਿਸ ਦਿਨ ਸੋ ਪਾਵੇ, ਜੋ ਇੱਥੋਂ ਆਏਗਾ ਇੱਥੋਂ ਮਿਲੇਗਾ। ਪੂਰੀ ਬਾਣੀ ਅਸੀਂ 40 ਪੌੜੀਆਂ ਅਸੀਂ ਪੜ੍ਹ ਕੇ ਆ ਚੁੱਕੇ ਹਾਂ, ਕਿਤੇ ਵੀ ਇਹ ਨਹੀਂ ਲਿਖਿਆ ਕਿ ਇਹ ਕਰਨ ਦੇ ਨਾਲ ਤੁਹਾਨੂੰ ਧੀ ਪੁੱਤਰ ਮਿਲਣਗੇ, ਕਿਤੇ ਵੀ ਇਹ ਨਹੀਂ ਲਿਖਿਆ ਕਿ ਇਹ ਕਰਨ ਨਾਲ ਤੁਹਾਡਾ ਕੰਮ ਧੰਦਾ ਚੱਲ ਪਏਗਾ, ਤੁਹਾਡਾ ਬਿਜ਼ਨਸ ਹੋ ਜਾਏਗਾ, ਤੁਹਾਡੇ ਰਿਸ਼ਤੇ ਹੋ ਜਾਣਗੇ, ਵੀਜ਼ਾ ਲੱਗ ਜਾਏਗਾ, ਪਤਾ ਨਹੀਂ ਕੀ ਜੋ ਵੀ ਅਸੀਂ ਸਾਡੀ ਮਨ ਦੀ ਇੱਛਾਵਾਂ ਆਈਆਂ, ਜੋ ਅਸੀਂ ਲੈ ਕੇ ਸਗਲ ਮਨੋਰਥ ਪੂਰੇ ਕਰਨ ਆਉਂਦੇ ਹਾਂ। ਕਰਤਾ ਤੇਰੇ ਸਭ ਕੇ ਜਿਸ ਦੇ ਸੋ ਪਾਵੇ, ਉਹ ਇੱਕ ਵੀ ਚੀਜ਼ ਪੂਰੀ ਬਾਣੀ ਦੇ ਵਿੱਚ ਸਾਨੂੰ ਨਹੀਂ ਮਿਲਦੀ। ਸੋ ਇੰਨਾ ਟਾਈਮ ਲਾ ਕੇ ਅਸੀਂ ਜੋ ਵੀ ਵਿਚਾਰ ਤੁਹਾਡੇ ਨਾਲ ਸਾਂਝ ਕੀਤੀ ਹੈ, ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।